ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਅਸੀਂ GNA ਯੂਨੀਵਰਸਿਟੀ ਦੇ ਵਿੱਚ ਆਏ ਹਾਂ। ਉੱਥੇ ਦੇ ਜੋ ਵੀ ਟੀਚਰਸ ਹਨ, ਉੱਥੇ ਦੇ ਪ੍ਰੋਫੈਸਰਸ ਉਹ ਸਾਡੇ ਨਾਲ ਇਸ ਵੇਲੇ ਬਿਲਕੁਲ ਮੌਜੂਦ ਹਨ ਔਰ ਸਾਰੇ ਹੀ ਪ੍ਰੋਫੈਸਰਸ ਆਪਣੀ ਆਪਣੀ ਫੀਲਡ ਦੇ ਵਿੱਚ ਬਹੁਤ ਜ਼ਿਆਦਾ ਮੁਹਾਰਤ ਹਾਸਲ ਰੱਖਦੇ ਹਨ। ਸੋ ਮੈਂ ਸਭ ਤੋਂ ਪਹਿਲਾਂ ਦਰਸ਼ਕੋ ਤੁਹਾਡੇ ਇੰਟਰੋਡਕਸ਼ਨ ਕਰਵਾ ਦੇਵਾਂ। ਮੇਰੇ ਬਿਲਕੁਲ ਇਸ ਸਾਈਡ ਦੇ ਉੱਤੇ ਰਜੇਸ਼ ਸ਼ਰਮਾ ਜੀ ਬੈਠੇ ਹਨ, ਜਿਹੜੇ ਕਿ ਅਸਿਸਟੈਂਟ ਪ੍ਰੋਫੈਸਰ ਹਨ CSE ਡਿਪਾਰਟਮੈਂਟ ਦੇ। ਔਰ ਨਾਲ ਦੀ ਨਾਲ ਮੈਂ ਜੋ ਅੱਜ ਯੁੱਗ ਚੱਲ ਰਿਹਾ ਉਸ ਦੇ ਬਾਰੇ ਗੱਲਬਾਤ ਕਰਾਂ, ਕਿਉਂਕਿ ਨੈੱਟ ਦਾ ਯੁੱਗ ਹੈ। ਸੋ ਸਾਈਬਰ ਸਿਕਿਉਰਿਟੀ ਦੇ ਉੱਤੇ ਇਹਨਾਂ ਦੀ ਸਪੈਸ਼ਲਾਈਜੇਸ਼ਨ ਹੈ। ਸੋ ਆਪਾਂ ਹੁਣੇ ਥੋੜ੍ਹੀ ਦੇਰ ਦੇ ਵਿੱਚ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮੇਰੇ ਨਾਲ ਬਿਲਕੁਲ ਡਾਕਟਰ ਅਨੁਰਾਗ ਸ਼ਰਮਾ ਜੀ, ਜਿਹੜੇ ਕਿ ਪ੍ਰੋਫੈਸਰ ਹਨ CSE ਮਤਲਬ ਕੰਪਿਊਟਰ ਸਾਇੰਸ ਦੇ ਵਿੱਚ ਬਹੁਤ ਹੀ ਅੱਛੇ ਪ੍ਰੋਫੈਸਰ ਹਨ। ਔਰ ਇਹਨਾਂ ਦੀ ਵੀ ਸਪੈਸ਼ਲਾਈਜੇਸ਼ਨ ਜੋ ਹੈ ਉਹ AWS ਮੈਂ ਸ਼ਾਰਟ 'ਚ ਦੱਸ ਰਿਹਾ, ਲੇਕਿਨ ਪੂਰਾ ਇਹਨਾਂ ਦੇ ਕੋਲੋਂ ਹੀ ਬਾਅਦ ਵਿੱਚ ਸੁਣਾਂਗੇ। ਸੋ ਕਲਾਊਡ ਕੰਪਿਊਟਿੰਗ ਦੇ ਉੱਤੇ ਵੀ ਇਹ ਬਹੁਤ ਸਾਰਾ ਕੰਮ ਕਰਦੇ ਹਨ, ਕਿਉਂਕਿ ਅੱਜ ਹਰ ਬੱਚੇ ਨੂੰ, ਹਰ ਜਿਹੜਾ ਵੀ ਨੈੱਟ ਯੂਜ਼ ਕਰਦਾ ਉਸ ਨੂੰ ਵੀ ਜ਼ਰੂਰਤ ਪੈਂਦੀ ਹੈ। ਉਹ ਅਸੀਂ ਬਾਅਦ ਦੇ ਵਿੱਚ ਜਾਣਾਂਗੇ। ਸੋ ਮੇਰੇ ਸੱਜੇ ਪਾਸੇ ਬਿਲਕੁਲ ਮਨਦੀਪ ਸਿੰਘ ਹੀਰ ਜੀ ਉਹ ਬੈਠੇ ਹਨ, ਜਿਹੜੇ ਕਿ ਅਸਿਸਟੈਂਟ ਪ੍ਰੋਫੈਸਰ ਹਨ ਔਰ ਉਹ ਵੀ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਦੇ ਵਿੱਚ ਸਪੈਸ਼ਲਾਈਜ਼ ਹਨ। ਔਰ ਨਾਲ ਦੀ ਨਾਲ ਮਾਈਕਰੋਚਿਪ ਦੇ ਬਾਰੇ ਅਕੈਡਮੀ ਜੋ ਹੈ ਉਸ ਦੇ ਬਾਰੇ ਵੀ ਇਹ ਗੱਲਬਾਤ ਦੱਸਣਗੇ। ਸੋ ਮੈਂ ਸਭ ਤੋਂ ਪਹਿਲਾਂ ਰਜੇਸ਼ ਸ਼ਰਮਾ ਜੀ ਦੇ ਕੋਲੋਂ ਹੀ ਪੁੱਛਦਾ ਸਵਾਲ, ਜਿਹੜਾ ਕਿਉਂਕਿ ਸਾਡੇ ਦਰਸ਼ਕ ਜਾਣਨਾ ਚਾਹੁੰਦੇ, ਕਿਉਂਕਿ ਬੱਚਿਆਂ ਦੇ ਬਾਰੇ ਸਾਨੂੰ ਸਾਰਾ ਕੁਝ ਪਤਾ। ਤੁਸੀਂ ਇੱਕ ਸਰਟੀਫਾਈਡ ਟ੍ਰੇਨਰ ਹੋ ਇੱਥੇ GNA ਯੂਨੀਵਰਸਿਟੀ ਦੇ। ਸੋ ਇੱਕ ਆਮ ਬੱਚਿਆਂ ਨੂੰ ਵੀ ਤੁਸੀਂ ਜ਼ਰੂਰ ਦੱਸੋਗੇ ਸਾਈਬਰ ਸਿਕਿਉਰਿਟੀ ਦੇ ਵਿੱਚ ਕਿਸ ਤਰ੍ਹਾਂ ਧਿਆਨ ਰੱਖਣਾ ਚਾਹੀਦਾ, ਉਹਨਾਂ ਨੂੰ ਕਿਸ ਤਰ੍ਹਾਂ ਲੋਕਾਂ ਨੂੰ ਬਚ ਕੇ ਰਹਿਣਾ ਚਾਹੀਦਾ, ਤਾਂ ਕਿ ਇੱਕ ਆਮ ਜੋ ਹੈ ਇੱਕ ਨਾਗਰਿਕ ਦੀ ਜਿਹੜੀ ਜ਼ਿੰਦਗੀ ਹੈ ਉਹ ਨੈੱਟ ਦੇ ਉੱਤੇ ਬਚਾ ਰੱਖ ਸਕੇ। ਇਹਦੇ ਬਾਰੇ ਰਜੇਸ਼ ਸ਼ਰਮਾ ਜੀ ਦੱਸਣਗੇ। ਸਰ ਇੱਦਾਂ ਹੈ ਕਿ ਜਿਹੜੀ ਸਾਡੇ ਕੋਲੋਂ ਸਾਈਬਰ ਸਿਕਿਉਰਿਟੀ ਦੀ ਗੱਲ ਕਰ ਰਹੇ ਹਾਂ, ਅਸੀਂ ਇੱਕ ਸਰਟੀਫਾਈਡ ਟ੍ਰੇਨਰ ਹੈ ਪਾਲੋ ਆਲਟੋ ਦੀ ਜੀ। ਇਹ ਇੱਕ 160 ਕੰਟਰੀਜ਼ ਦੇ ਵਿੱਚ ਵੈਲਿਡ ਹੈ, ਜਿਹੜੀ ਕਿ ਸਰਟੀਫਿਕੇਸ਼ਨ ਦੇ ਨਾਲ ਤੁਹਾਨੂੰ ਇੱਕ ਐਥੀਕਲ ਪ੍ਰੋਫੈਸ਼ਨਲ ਸਾਈਬਰ ਸਿਕਿਉਰਿਟੀ ਬਾਰੇ ਦੱਸਿਆ ਜਾਂਦਾ ਸਾਡੇ ਕੋਲ ਜੀ। ਇਹਦੇ ਵਿੱਚ ਬੱਚੇ ਵੀ ਸਾਡੇ ਕੋਲ ਇਨਰੋਲ ਨੇ, ਜਿਹੜੇ ਕਲਾਸਿਸ ਲੱਗ ਰਹੇ ਨੇ, ਸਬਜੈਕਟਸ ਵਗੈਰਾ ਤਾਂ ਸਾਰੇ ਪੜ੍ਹਦੇ ਆ, ਤੁਹਾਨੂੰ ਪਤਾ ਹੈ ਜੀ। ਬਟ ਜਿਹੜੀ ਮੇਨ ਗੱਲ ਹੈ ਉਹ ਹੈਗੀ ਹੈ ਸਰਟੀਫਿਕੇਸ਼ਨ ਦੀ ਜੀ। ਅਸੀਂ ਸਾਰਿਆਂ ਨੂੰ ਅਲੱਗ ਕਿਉਂ ਹੈ? ਦੇਖੋ BTech ਤਾਂ ਸਾਰੇ ਕਰ ਰਹੇ ਨੇ, ਹਰ ਆਰਗੇਨਾਈਜੇਸ਼ਨ ਕਰਾ ਰਹੀ ਹੈ, ਪਰ ਜਦ ਤੱਕ ਅਸੀਂ ਕਿਸੇ ਫੀਲਡ ਦੇ ਵਿੱਚ ਮਾਸਟਰ ਨਹੀਂ ਹੋ ਜਾਂਦੇ, ਸਾਡੇ ਲਈ ਮੁਸ਼ਕਲ ਹੈ ਸਰਵਾਈਵ ਕਰਨਾ ਅੱਜ ਕੱਲ੍ਹ ਦੇ ਟਾਈਮ। ਬਿਲਕੁਲ ਜੀ। ਉਹਨਾਂ 'ਚੋਂ ਇੱਕ ਇਮਰਜਿੰਗ ਟੈਕਨੀਕ ਜਿਹੜੀ ਟ੍ਰੈਂਡ ਹੈ ਸਾਡੇ ਕੋਲ, ਉਹਦਾ ਨਾਮ ਹੈ ਸਾਈਬਰ ਸਿਕਿਉਰਿਟੀ ਜੀ। ਸਾਈਬਰ ਸਿਕਿਉਰਿਟੀ ਅੱਜ ਕੱਲ੍ਹ ਹਰ ਕੋਈ ਹੀ ਕਰ ਰਿਹਾ, ਹਰ ਇੱਕ ਨੂੰ ਲੋੜ ਹੈ, ਹਰ ਇੱਕ ਲੋੜ ਹੈ ਜੀ। ਰੀਜ਼ਨ ਹੈ, ਤੁਸੀਂ ਮੋਬਾਈਲ 'ਤੇ ਟ੍ਰਾਂਜੈਕਸ਼ਨ ਕਰਨੀ ਹੈ, ਤੁਸੀਂ ਆਪਣੀ ਈਮੇਲ ਭੇਜਣੀ ਹੈ, ਤੁਸੀਂ ਆਪਣੀ ਇਸ ਆਰਗੇਨਾਈਜੇਸ਼ਨ ਦੇ ਵਿੱਚ ਡੇਟਾ ਨੂੰ ਸੰਭਾਲ ਕੇ ਰੱਖਣਾ। ਤੁਸੀਂ ਦੇਖਦੇ ਹੋ ਅਟੈਕਸ ਬਹੁਤ ਜ਼ਿਆਦਾ ਹੁੰਦੇ ਆ, ਲੋਕੀ ਡੇਟਾ ਚੋਰੀ ਕਰ ਰਹੇ ਨੇ ਜੀ। ਬੱਚਿਆਂ ਨੂੰ ਉਸ ਚੀਜ਼ ਲਈ ਅਵੇਅਰ ਕਰਨ ਦੇ ਲਈ ਸਾਨੂੰ ਇੱਕ ਸਰਟੀਫਿਕੇਸ਼ਨ, ਬੱਚਿਆਂ ਨੂੰ ਡੈਮੋਸਟ੍ਰੇਸ਼ਨ ਦੇਣ ਦੇ ਲਈ ਸਾਨੂੰ ਦੱਸਣਾ ਪੈਂਦਾ ਕਿ ਸਾਈਬਰ ਸਿਕਿਉਰਿਟੀ ਹੈ ਕੀ ਹੈ, ਪ੍ਰੋਪਰਲੀ ਉਹਨਾਂ ਦੇ ਵਿੱਚ ਦੱਸਣਾ ਕਿ ਜਿੱਦਾਂ ਐਗਜ਼ਾਮਪਲ ਦੇ ਤੌਰ 'ਤੇ ਹੈਕਿੰਗ ਕੀ ਹੁੰਦੀ ਹੈ ਸਾਡੇ ਕੋਲੋਂ ਇੱਕ ਤਰੀਕੇ ਦੇ ਨਾਲ, ਜੇ ਤੁਸੀਂ ਕਹਿ ਲਓ ਕਿ ਫਾਇਰ ਵਾਲਸ ਕਿੱਦਾਂ ਵਾ, ਸਿਕਿਉਰਿਟੀ ਨੂੰ ਬਚਾਉਣਾ ਕਿਸ ਤਰੀਕੇ ਨਾਲ, ਕਿਹੜੇ ਰੀਜ਼ਨ ਹੈ, ਦੋ ਤਰੀਕੇ ਨਾਲ, ਇੱਕ ਡੇਟਾ ਨੂੰ ਜਾਂ ਸਾਡੇ ਨੈਟਵਰਕਸ ਨੂੰ, ਕੋਈ ਵੀ ਇਹਨਾਂ ਦੇ ਥਰੂ ਸਾਡੇ ਅੰਦਰ ਐਂਟਰ ਕਰਕੇ ਜਾ ਸਕਦਾ। ਸੋ ਇੱਕ ਪਾਲੋ ਆਲਟੋ ਜਿਹੜੀ ਤੁਹਾਨੂੰ ਮੈਂ ਇੱਕ ਸਰਟੀਫਿਕੇਸ਼ਨ ਦੱਸ ਰਿਹਾ ਸਾਡੇ ਕੋਲੋਂ, ਇਸ ਸਰਟੀਫਿਕੇਸ਼ਨ ਦੇ ਵਿੱਚ ਕੀ ਹੈ ਕਿ ਬੱਚੇ ਨੂੰ ਪ੍ਰੋਪਰਲੀ ਇੱਕ ਕਹਿ ਲਓ ਕਿ ਮੋਡਿਊਲਸ ਦਿੱਤੇ ਜਾਂਦੇ ਆ। ਉਸ ਮੋਡਿਊਲਸ ਦੇ ਵਿੱਚ ਵੀਡੀਓ ਵੀ ਪ੍ਰੈਜ਼ੈਂਟ ਹੈ, ਲੈਕਚਰ ਆਨਲਾਈਨ ਅਵੇਲੇਬਲ ਹੈ ਸਾਡੇ ਕੋਲੋਂ, ਔਰ ਹਰ ਮੋਡਿਊਲ ਤੋਂ ਬਾਅਦ ਕੁਝ ਟੈਸਟ ਆਰਗੇਨਾਈਜ਼ ਦਿੱਤੇ ਜਾਂਦੇ, ਕੁਇਜ਼ਸ ਜੀ। ਅਸੀਂ ਨਾਲ ਉਹ ਬੱਚਿਆਂ ਨੂੰ ਡੈਮੋਨਸਟ੍ਰੇਸ਼ਨ ਦੇ ਕੇ ਸਮਝਾਉਂਦੇ ਵੀ ਹਾਂ ਕਿ ਇਸ ਤਰੀਕੇ ਦੇ ਨਾਲ ਤੁਸੀਂ ਕੰਮ ਕਰਨਾ, ਔਰ ਬੱਚੇ ਬਾਅਦ ਦੇ ਵਿੱਚ ਉਸ ਟੈਸਟ ਨੂੰ ਕਲੀਅਰ ਕਰਕੇ ਮੋਡਿਊਲ ਕਲੀਅਰ ਕਰਨਗੇ। ਠੀਕ ਹੈ ਜੀ। ਇੱਦਾਂ ਦੇ ਸਾਡੇ ਕੋਲੋਂ 5 ਮੋਡਿਊਲਸ ਨੇ ਹਲੇ, ਜਿਹੜੇ ਅਸੀਂ ਫਾਊਂਡੇਸ਼ਨ ਕੋਰਸ ਕਰ ਰਹੇ ਹਾਂ। ਠੀਕ ਹੈ ਜੀ। ਉਸ ਤੋਂ ਬਾਅਦ ਹੋਰ ਅਗਲੇ ਲੈਵਲਸ ਨੇ। ਠੀਕ ਹੈ। ਹਰ ਲੈਵਲ ਦੇ ਕੰਪਲੀਟ ਹੋਣ ਤੋਂ ਬਾਅਦ ਇੱਕ ਗਲੋਬਲ ਸਰਟੀਫਿਕੇਸ਼ਨ ਬੱਚੇ ਨੂੰ ਦਿੱਤਾ ਜਾਏਗਾ। ਠੀਕ ਹੈ ਜੀ। ਉਹ ਸਰਟੀਫਿਕੇਸ਼ਨ 160 ਕੰਟਰੀਜ਼ ਦੇ ਵਿੱਚ ਵੈਲਿਡ ਵੀ ਹੈ। ਠੀਕ ਹੈ ਜੀ। ਜਿਸ ਤਰੀਕੇ ਨਾਲ ਸਿਸਕੋ ਤੁਸੀਂ ਸੁਣਿਆ ਹੋਣਾ ਸਾਈਬਰ ਦੇ ਰਿਗਾਰਡਿੰਗ, ਉਸੇ ਤਰੀਕੇ ਨਾਲ ਇੱਕ ਪਾਲੋ ਆਲਟੋ ਵੀ ਇੱਕ ਸਾਈਬਰ ਸਿਕਿਉਰਿਟੀ ਦੀ ਇੱਕ ਫਾਊਂਡੇਸ਼ਨ ਦੀ ਇੱਕ ਹੋਇਆ ਸਾਡੇ ਕੋਲ। ਠੀਕ ਹੈ ਜੀ। ਠੀਕ ਹੈ। ਸੋ ਤੁਸੀਂ ਇੱਕ ਤਰੀਕੇ ਨਾਲ ਕਹਿ ਲਓ ਕਿ ਤੁਸੀਂ ਵਿਦ ਡੈਮੋਨਸਟ੍ਰੇਸ਼ਨ ਔਰ ਵਿਦ ਸਰਟੀਫਿਕੇਸ਼ਨ ਦੇ ਨਾਲ ਤੁਸੀਂ ਆਪਣੀ BTech ਨੂੰ ਕਰ ਸਕਦੇ ਹੋ। ਜਦੋਂ ਤੁਸੀਂ BTech ਕਰੋਗੇ ਤੇ ਤੁਹਾਡੇ ਕੋਲ ਕੀ ਹੈ, ਤੁਸੀਂ ਇਹ ਕਹੋਗੇ ਕਿ ਮੈਂ BTech ਤਾਂ ਕੀਤੀ ਹੈ, ਮੈਂ CSE ਦੇ ਵਿੱਚ ਆਪਣਾ ਮੈਂ ਇੱਕ CSE ਹਾਂ, ਪਰ ਮੇਰੀ ਜਿਹੜੀ ਸਪੈਸ਼ਲਾਈਜੇਸ਼ਨ ਹੈ ਉਹ ਹੈਗੀ ਆ ਮੇਰੀ ਸਾਈਬਰ ਸਿਕਿਉਰਿਟੀ। ਠੀਕ ਹੈ ਜੀ। ਜਿੱਦਾਂ ਡਾਕਟਰ ਇੱਕ ਸਿੰਪਲ ਡਾਕਟਰ ਹੈ ਤੇ ਇੱਕ ਸਪੈਸ਼ਲਾਈਜ਼ਡ ਡਾਕਟਰ ਹੈ, ਤੁਸੀਂ ਇੰਜੀਨੀਅਰ, ਸੌਫਟਵੇਅਰ ਇੰਜੀਨੀਅਰ ਵੀ ਹੈਗੇ ਹੋ ਤੁਸੀਂ, ਬਟ ਸੌਫਟਵੇਅਰ ਇੰਜੀਨੀਅਰ ਵਿਦ ਸਪੈਸ਼ਲਾਈਜ਼ ਕੀ ਹੋ ਸਾਈਬਰ ਸਿਕਿਉਰਿਟੀ। ਬਿਲਕੁਲ। ਸੋ ਇਹ ਜਿਹੜੀ ਪਾਲੋ ਆਲਟੋ ਹੈ, ਜਿਹੜੀ ਤੁਹਾਡੇ ਕੋਲੋਂ ਸਾਈਬਰ, ਇਹ ਤੁਹਾਨੂੰ ਇੱਕ ਤਰੀਕੇ ਦੀ ਸਟੈਂਪਿੰਗ ਕਰਕੇ ਦਿੰਦੀ ਹੈ ਕਿ ਤੁਸੀਂ ਇੱਕ ਆਥੋਰਾਈਜ਼ਡ ਇੱਕ ਸਰਟੀਫਿਕੇਸ਼ਨ ਕਰ ਰਹੇ ਹੋ ਤੁਸੀਂ। ਰਜੇਸ਼ ਸ਼ਰਮਾ ਜੀ, ਇਹਦੇ ਵਿੱਚੋਂ ਇੱਕ ਹੋਰ ਸਵਾਲ ਉੱਠਦਾ, ਉਹ ਵੀ ਜ਼ਰੂਰ ਦਰਸ਼ਕ ਜਾਣਨਾ ਚਾਹੁੰਦੇ ਹੋਣਗੇ ਕਿ ਜਿਸ ਤਰ੍ਹਾਂ ਤੁਸੀਂ ਖੁਦ ਹੀ ਕਿਹਾ ਕਿ ਜਿਸ ਤਰ੍ਹਾਂ BTech ਕੋਈ ਵੀ ਬੱਚਾ ਹੋਰ ਜਗ੍ਹਾ ਤੋਂ ਵੀ ਕਰਦਾ, ਇੱਥੇ ਵੀ ਕਰਦਾ, ਲੇਕਿਨ ਅਗਰ ਕਿਸੇ ਬੱਚੇ ਨੇ ਸਪੈਸ਼ਲੀ
ਸਾਈਬਰ ਸਿਕਿਉਰਿਟੀ ਦੇ ਬਾਰੇ ਹੀ ਤੁਹਾਡੇ ਕੋਲੋਂ ਕੋਰਸ ਕਰਨਾ ਹੋਵੇ, ਉਹ ਕੀ ਉਹਦੇ ਕੋਰਸ ਦੇ ਵਿੱਚ ਹੁੰਦਾ ਜਾਂ ਇਹ ਚੀਜ਼ ਡਿਫਰੈਂਟ ਤੁਸੀਂ ਕਰਵਾ ਰਹੇ ਹੋ? ਦੇਖੋ ਇੱਥੇ ਯੂਨੀਵਰਸਿਟੀ ਦੇ ਵਿੱਚ ਸਾਡੇ ਕੋਲ 5 ਤਰੀਕੇ ਦੀਆਂ ਬੀਟੈਕਸ ਅਵੇਲੇਬਲ ਹੈ। ਇੱਕ ਤਾਂ ਬੱਚਾ ਸਿੰਪਲ ਬੀਟੈਕ ਕਰਦਾ ਜਿਹੜੀ ਕਰਦਾ ਹੈ, ਉਸ ਤੋਂ ਬਾਅਦ ਸਾਡੇ ਕੋਲ 4 ਹੋਰ ਤਰੀਕੇ ਦੀ ਹੈ, ਜਿਹਦਾ ਬੀਟੈਕ ਵਿਦ ਕਲਾਊਡ ਕੰਪਿਊਟਿੰਗ, ਬੀਟੈਕ ਵਿਦ ਸਾਈਬਰ ਸਿਕਿਉਰਿਟੀ, ਬੀਟੈਕ ਵਿਦ ਬਿਗ ਡੇਟਾ ਔਰ ਬੀਟੈਕ ਵਿਦ IoT। ਇਹ 4 ਤਰੀਕੇ ਦੀ ਸਪੈਸ਼ਲਾਈਜੇਸ਼ਨ ਹੈ। ਬੱਚਾ ਜਦੋਂ ਫਰਸਟ ਆਉਂਦਾ, ਬੱਚੇ ਨੂੰ ਨਹੀਂ ਪਤਾ ਹੁੰਦਾ ਕਿ ਮੇਰੇ ਲਈ ਸਪੈਸ਼ਲ, ਕਿਉਂਕਿ ਉਹ ਫਰੈਸ਼ਰ ਹੈ, ਉਹਨੂੰ ਨਹੀਂ ਪਤਾ ਕਿ ਮੇਰੇ ਲਈ ਟ੍ਰੇਡ ਕਿਹੜੀ ਵਧੀਆ ਕਿਹੜੀ ਨਹੀਂ ਵਧੀਆ। ਬਿਲਕੁਲ ਜੀ। ਜਿਹੜੇ ਤਾਂ ਕਲੀਅਰ ਆਉਂਦੇ ਆ ਕਿ ਮੈਂ ਆਹ ਕਰਨਾ, ਉਹ ਕੀ ਕਰਦੇ ਆ ਬੀਟੈਕ ਸਾਈਬਰ ਸਿਕਿਉਰਿਟੀ ਦੇ ਵਿੱਚ ਹੀ ਆਪਣੀ CSC ਸਾਈਬਰ ਸਿਕਿਉਰਿਟੀ 'ਚ ਆਪਣੀ ਐਡਮਿਸ਼ਨ ਲੈ ਲੈਂਦੇ ਆ। ਠੀਕ ਹੈ ਜੀ। ਨਹੀਂ ਤਾਂ ਬੱਚੇ ਨੂੰ ਕੀ ਹੈ, ਬੱਚੇ ਨੂੰ ਫਸਟ ਈਅਰ ਦੇ ਵਿੱਚ ਅਸੀਂ ਡੈਮੋਨਸਟ੍ਰੇਸ਼ਨ ਵੈਬੀਨਾਰ ਦੇ ਥਰੂ, ਐਕਸਪਰਟਸ ਦੇ ਥਰੂ ਹਰ ਇੱਕ ਨਾਲ ਇੰਟਰੋਡਕਸ਼ਨ ਕਰਵਾਉਂਦੇ ਆ ਕਿ ਜਿੱਦਾਂ ਬਿਗ ਡੇਟਾ ਦੀ ਮੈਂ ਦੱਸਦਾ, ਜਾਂ ਹੋਰ ਬਾਹਰੋਂ ਦੀ ਐਕਸਪਰਟਸ, ਇੰਟਰਨੈਸ਼ਨਲ ਗੈਸਟ ਸਾਡੇ ਕੋਲ ਆਉਂਦੇ ਆ। ਬੱਚਾ ਕੀ ਕਰਦਾ, ਉਹਦੇ ਵਿੱਚ ਉਹ ਸੁਣਦਾ, ਉਹ ਦੇਖਦਾ ਕਿ ਮੇਰਾ ਕਿਹੜਾ ਟੇਸਟ ਹੈ, ਮੈਂ ਕਿਸ ਵੱਲ ਜਾ ਸਕਦਾ ਵਧੀਆ। ਠੀਕ ਹੈ ਜੀ। ਉਹ ਬੱਚਾ ਫਿਰ ਸੈਕੰਡ ਈਅਰ ਔਨਵਰਡਸ ਆਪਣਾ ਉਸ ਪ੍ਰੋਫੈਸ਼ਨਲਾਈਜੇਸ਼ਨ ਦੇ ਵਿੱਚ ਆਪਣੀ ਜਿਹੜੀ ਡਿਗਰੀ ਹੈ ਬੀਟੈਕ ਦੀ ਆ, ਉਹ ਕੰਪਲੀਟ ਕਰ ਸਕਦਾ। ਠੀਕ ਹੈ ਜੀ। ਉਹਦੇ ਇੱਕ ਬੈਸਟ ਪੁਆਇੰਟ ਹੈ ਸਾਡੇ ਕੋਲ। ਇਹ ਤਾਂ ਗੱਲ ਹੋ ਗਈ ਕਿ ਬੱਚਾ ਜਿਸਲੇ ਕੋਈ ਨਵਾਂ ਆਉਂਦਾ ਆ ਜਾਂ 1 ਸਾਲ ਲਗਾਉਣ ਤੋਂ ਬਾਅਦ। ਸੋ ਮੈਂ ਇੱਥੇ ਇੱਕ ਸਵਾਲ ਹੋਰ ਪੁੱਛਣਾ ਚਾਹਾਂਗਾ ਦਰਸ਼ਕਾਂ ਵਾਸਤੇ ਕਿ ਅਗਰ ਬੱਚੇ ਨੇ ਪੂਰੀ ਕੰਪਲੀਟ ਵੀ ਬੀਟੈਕ ਕਰ ਲਈ ਹੋਈ ਆ, ਉਸ ਤੋਂ ਬਾਅਦ ਇੱਕ ਸਪੈਸ਼ਲ ਉਹ ਚਾਹੁੰਦਾ ਕਿ ਮੈਂ ਸਾਈਬਰ ਸਿਕਿਉਰਿਟੀ ਦੇ ਉੱਤੇ ਥੋੜਾ ਹੋਰ ਜ਼ਿਆਦਾ ਕਰਨਾ ਚਾਹੁੰਦਾ, ਉਹ ਕੋਈ ਵੱਖਰਾ ਵੀ ਬਾਅਦ ਵਿੱਚ ਕਰਵਾ ਸਕਦੇ ਤੁਸੀਂ, ਜਾਂ ਬਿਲਕੁਲ ਉਹ ਕੋਰਸ ਦੇ ਵਿੱਚ ਹੀ 4 ਸਾਲ ਦੇ ਕੋਰਸ ਦੇ ਵਿੱਚ ਹੀ? ਸਾਡੇ ਕਰਿਕੂਲਮ ਦਾ ਪਾਰਟ ਕਹਿ ਵੀ ਸਕਦੇ ਹੋ ਤੁਸੀਂ ਇਹਨੂੰ। ਰੀਜ਼ਨ ਇਹ ਹੈਗਾ ਕਿਉਂਕਿ ਦੇਖੋ ਜਦੋਂ ਬੱਚਾ CSC ਕਰ ਰਿਹਾ ਸਾਡੇ ਕੋਲੋਂ ਜੀ, ਹਰ ਸਮੈਸਟਰ ਦੇ ਵਿੱਚ ਸੈਕੰਡ ਈਅਰ ਔਨਵਰਡਸ ਉਹ ਕੁਝ ਕੋਰਸਿਸ ਸਪੈਸ਼ਲਾਈਜੇਸ਼ਨ ਦੇ ਕਰ ਰਿਹਾ ਸਾਡੇ। ਠੀਕ ਹੈ ਜੀ। ਜਿੱਦਾਂ ਉਹ ਨਾਲ ਲੈਟਸ ਸਪੋਜ਼ ਉਹਨੇ ਐਥੀਕਲ ਹੈਕਿੰਗ ਦੇ ਬਾਰੇ ਕੁਝ ਪੜ੍ਹ ਲਿਆ ਉਹਨੇ, ਹਾਂਜੀ, ਡੈਮੋਨਸਟ੍ਰੇਸ਼ਨ ਵੀ ਲੈ ਲਈ, ਪਰ ਮਾਰਕੀਟ ਦੇ ਵਿੱਚ ਔਰ ਸਾਡੇ ਦੇ ਵਿੱਚ ਥੋੜਾ ਜਿਹਾ ਗੈਪ ਹੁੰਦਾ ਕਿ ਉਹ ਐਕਚੁਅਲ ਦੇ ਵਿੱਚ ਕਿੱਦਾਂ ਵਰਕ ਕਰਦੀ ਸਾਡੇ ਕੋਲ। ਜਿਹੜੀ ਪਾਲੋ ਆਲਟੋ ਹੈ ਸਾਨੂੰ ਐਕਚੁਅਲ ਦੇ ਵਿੱਚ ਦੱਸਦੀ ਕਿ ਬਾਹਰੋਂ ਕਿਸੇ ਨੇ ਅਗਰ ਅਟੈਕ ਕਰਤਾ, ਕਿਹੜੀ IP ਨੂੰ ਕਿੱਦਾਂ ਬਲੌਕ ਕਰਨਾ ਜਾਂ ਕਿੱਦਾਂ ਨਹੀਂ ਕਰਨਾ, ਉਹ ਕਿਹੜਾ IP ਹੈ ਜਿਹਨੇ ਡਿਟੈਕਟ ਕਰਨਾ, ਕਿੱਦਾਂ ਕਿ ਉਹਨੇ ਕੀਤਾ ਕਿ ਨਹੀਂ ਕੀਤਾ, ਉਹ ਸਾਰਾ ਕੁਝ ਇਹ ਚੀਜ਼ਾਂ ਦੇ ਨਾਲ ਹੈ। ਸੋ ਇਸ ਕਰਕੇ ਪੜ੍ਹਾਈ ਦੇ ਨਾਲ ਨਾਲ ਸਪੈਸ਼ਲਾਈਜੇਸ਼ਨ ਜ਼ਿਆਦਾ ਬੈਟਰ ਹੈ, ਕਿਉਂਕਿ ਉਹ ਇੱਕ ਸਰਟੀਫਾਈਡ ਕੋਰਸਿਸ ਹੈ। ਅਦਰਵਾਈਜ਼ ਉਹ ਇਕੱਲਾ ਕਰਦਾ ਹੈ, ਉਹ ਇੰਨਾ ਬੈਨੀਫਿਟ ਨਹੀਂ ਦੇਗਾ ਉਸ ਚੀਜ਼। ਬਿਲਕੁਲ ਠੀਕ ਹੈ ਜੀ। ਉਹਨੂੰ ਪੜ੍ਹਾਈ ਵੀ ਜ਼ਰੂਰੀ ਹੈ, ਬੀਟੈਕ ਵੀ ਜ਼ਰੂਰੀ ਹੈ, ਨਾਲ ਸਪੈਸ਼ਲਾਈਜੇਸ਼ਨ ਵੀ ਜ਼ਰੂਰੀ ਹੈ। ਸੋ ਦਰਸ਼ਕੋ, ਤੁਸੀਂ ਬਹੁਤ ਹੀ ਵਧੀਆ ਢੰਗ ਦੇ ਨਾਲ ਰਾਜੇਸ਼ ਸ਼ਰਮਾ ਜੀ ਦੇ ਕੋਲੋਂ ਸੁਣਿਆ ਔਰ ਉਹਨਾਂ ਨੇ ਗੱਲਾਂ ਦੇ ਵਿੱਚ ਇਹ ਵੀ ਦੱਸ ਦਿੱਤਾ ਕਿ IP ਐਡਰੈਸ ਜਿਸ ਵੇਲੇ ਉਸ ਨੂੰ ਬਲੌਕ ਕਿਸ ਤਰ੍ਹਾਂ ਕਰਨਾ ਹੈ, ਕਿਉਂਕਿ ਹਰ ਇੱਕ ਨੂੰ ਜ਼ਰੂਰਤ ਪੈਂਦੀ ਹੈ ਇਸ ਚੀਜ਼ ਦੀ। ਸੋ ਤੁਸੀਂ ਵੀ ਗੱਲਬਾਤ ਕਰ ਸਕਦੇ ਹੋ ਕਦੀ ਵੀ ਰਾਜੇਸ਼ ਸ਼ਰਮਾ ਜੀ ਦੇ ਨਾਲ ਵੀ ਇਸ ਸੰਬੰਧ ਦੇ ਵਿੱਚ। ਮੈਂ ਅਗਲੀ ਗੱਲ ਕਰਾਂਗਾ ਡਾਕਟਰ ਅਨੁਰਾਗ ਸ਼ਰਮਾ ਜੀ ਦੇ ਨਾਲ, ਇਹ ਜਿਹੜੇ ਕਿ AWS, ਮੈਂ ਪਹਿਲੇ ਸਟਾਰਟਿੰਗ ਦੇ ਵਿੱਚ ਇੰਟਰੋਡਕਸ਼ਨ ਦੱਸੀ ਸੀ, ਲੇਕਿਨ AWS ਦੇ ਬਾਰੇ ਉਹ ਖੁਦ ਹੀ ਸਾਰਾ ਕੁਝ ਦੱਸਣਗੇ ਔਰ ਇਸ ਦੇ ਨਾਲ ਨਾਲ ਕਲਾਊਡ ਕੰਪਿਊਟਿੰਗ ਦਾ ਬਹੁਤ ਜ਼ਿਆਦਾ ਯੂਜ਼ਫੁਲ ਹੈ, ਉਸ ਦੇ ਬਾਰੇ ਵੀ ਜ਼ਰੂਰ ਦੱਸਣਗੇ। ਸੋ ਅਗਲੀ ਗੱਲਬਾਤ ਮੈਂ ਬਾਅਦ 'ਚ ਕਰਦਾ, ਇਹ 2 ਗੱਲਾਂ ਦੇ ਬਾਰੇ ਜ਼ਰੂਰ ਪਹਿਲਾਂ ਡਾਕਟਰ ਜੀ ਦੱਸੋ ਪਲੀਜ਼। ਸਰ, ਮੈਂ ਤੁਹਾਡੀ ਗੱਲ ਸ਼ੁਰੂ ਕਰਦਾ AWS ਤੋਂ। ਤੁਸੀਂ ਕਿਹਾ ਕਿ AWS ਕੀ ਚੀਜ਼ ਹੈ ਜੀ। ਸੋ AWS Amazon ਵੈਬ ਸਰਵਿਸਿਜ਼ ਹੈ ਜੀ। ਇਹ Amazon.com ਜਿੱਥੋਂ ਆਪਾਂ ਜਨਰਲੀ ਸ਼ਾਪਿੰਗ ਲਈ ਜਿਹਨੂੰ ਨਾਮ ਸੁਣਿਆ, ਬਿਲਕੁਲ ਜੀ, ਉਹਨਾਂ ਦੀ ਇੱਕ ਬ੍ਰਾਂਚ ਹੈ ਜਿਨ੍ਹਾਂ ਨੇ ਇੱਕ ਫਰਦਰ ਕਲਾਊਡ ਕੰਪਿਊਟਿੰਗ ਨੂੰ ਇਨਵੈਂਟ ਕੀਤਾ ਜਾਂ ਆਪਣਾ ਇੱਕ ਕਲਾਊਡ ਬਣਾਇਆ ਜੀ। ਇੱਕ ਕੰਪਨੀ ਹੈ Amazon.com ਜਿਨ੍ਹਾਂ ਨੇ Amazon ਵੈਬ ਸਰਵਿਸਿਜ਼ ਦੇ ਨਾਮ ਤੇ ਆਪਣਾ ਇੱਕ ਕਲਾਊਡ ਸਰਵਿਸਿਜ਼ ਸ਼ੁਰੂ ਕੀਤੀ ਹੈ ਜੀ। ਇਹ ਤੋਂ ਇਲਾਵਾ ਵੀ ਕਈ ਕੰਪਨੀਆਂ ਜਿੱਦਾਂ Google ਕਲਾਊਡ ਸੁਣਿਆ ਹੋਣਾ ਤੁਸੀਂ, ਹਾਂਜੀ, IBM ਕਲਾਊਡ ਸੁਣਿਆ ਹੋਣਾ, ਇੱਕ ਚਾਈਨੀਜ਼ ਹੈਗਾ ਅਲੀਬਾਬਾ, ਤੇ ਸਾਰੀਆਂ ਡਿਫਰੈਂਟ ਕੰਪਨੀਆਂ ਹੈ ਜਿਨ੍ਹਾਂ ਦੇ ਆਪਣੇ ਕਲਾਊਡ ਹੈ ਜੀ। ਤਾਂ ਹੁਣ ਅੱਗੇ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸ ਦਿੰਦਾ ਕਿ ਕਲਾਊਡ ਹੁੰਦਾ ਕੀ ਹੈ। ਬਿਲਕੁਲ ਜੀ, ਇਹੀ ਮੈਂ ਪੁੱਛਣ ਲੱਗਾ ਸੀ ਕਿ ਕਲਾਊਡ ਕੰਪਿਊਟਿੰਗ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ। ਦੇਖੋ, ਮੈਂ ਤੁਹਾਡੇ ਦਰਸ਼ਕਾਂ ਨੂੰ ਇਹ ਵੀ ਦੱਸਦਾ ਕਿ ਇੱਕ ਆਪਾਂ ਟੈਕਨੀਕਲ ਟਰਮ ਤੋਂ ਪਹਿਲਾਂ ਇੱਕ ਐਗਜ਼ਾਮਪਲ ਨਾਲ ਇਹਨੂੰ ਸਮਝਦੇ ਹਾਂ ਜੀ, ਕਿ ਜਿਸ ਤਰ੍ਹਾਂ ਆਪਾਂ ਸਾਰੇ ਇਲੈਕਟ੍ਰਿਸਿਟੀ ਬੋਰਡ ਦਾ ਯੂਜ਼ ਕਰਦੇ ਹਾਂ ਕਿ ਆਪਾਂ ਇਲੈਕਟ੍ਰਿਸਿਟੀ ਖੁਦ ਨਹੀਂ ਜਨਰੇਟ ਕਰਦੇ ਜੀ, ਆਪਾਂ PSPCL ਤੋਂ ਇਲੈਕਟ੍ਰਿਸਿਟੀ ਲੈਂਦੇ ਹਾਂ ਜੀ। ਆਪਾਂ ਘਰ 'ਚ ਆਪਣਾ ਜਨਰੇਟਰ ਲਾ ਕੇ ਵੀ ਇਲੈਕਟ੍ਰਿਸਿਟੀ ਯੂਜ਼ ਕਰ ਸਕਦੇ ਹਾਂ, ਬਿਲਕੁਲ ਜੀ। ਪਰ ਕਿਉਂ ਨਹੀਂ ਕਰਦੇ ਕਿ ਪਹਿਲਾਂ ਆਪਾਂ ਨੂੰ ਜਨਰੇਟਰ ਪਰਚੇਜ਼ ਕਰਨਾ ਪਊਗਾ, ਹਾਂਜੀ, ਫਿਰ ਆਪਾਂ ਨੂੰ ਉਹ 'ਚ ਫਿਊਲ ਪਾਣਾ ਪਊਗਾ, ਫਿਰ ਉਹਨੂੰ ਆਪਾਂ ਨੂੰ ਕਿਤੇ ਰੱਖਾਂਗੇ ਉਹਨੂੰ ਜੀ, ਫਿਰ ਕੋਈ ਆਪਰੇਟ ਕਰਨ ਲਈ ਚਾਹੀਦਾ ਹੋਊਗਾ, ਕੋਈ ਸਿਕਿਉਰਿਟੀ ਚਾਹੀਦੀ ਹੋਊਗੀ ਜੀ। ਇਹਦਾ ਮਤਲਬ ਕਰ ਸਕਦੇ ਆ ਆਪਾਂ ਇਲੈਕਟ੍ਰਿਸਿਟੀ ਜਨਰੇਟ, ਆਪਾਂ ਕਰਦੇ ਨਹੀਂ, ਨਾਲੇ ਉਹ ਮਹਿੰਗਾ ਪੈਂਦਾ ਸਾਰਾ ਕੁਝ, ਕਿ ਮਹਿੰਗਾ ਪੈਂਦਾ, ਆਪਾਂ ਨੂੰ ਇੱਕ ਬੰਦਾ ਵੀ ਰੱਖਣਾ ਪਊਗਾ, ਫਿਊਲ ਵੀ ਪਾਣਾ ਪਊਗਾ, ਸਪੇਸ ਵੀ ਰੱਖਣੀ ਪਊਗੀ ਜੀ। ਆਪਾਂ ਕੀ ਸਮਝਦੇ ਆ, ਬੈਟਰ ਹੈ ਕਿ PSPCL ਨੂੰ ਆਪਣਾ ਮੀਟਰ ਲਵਾਓ, ਆਪਣੀ ਇਲੈਕਟ੍ਰਿਸਿਟੀ ਯੂਜ਼ ਕਰੋ ਜੀ, ਜਿੰਨੀ ਇਲੈਕਟ੍ਰਿਸਿਟੀ ਯੂਜ਼ ਕਰੋਗੇ ਉਨੇ ਪੈਸੇ ਦਿਓ, ਹਾਂਜੀ। ਤੇ ਇਹ ਬਹੁਤ ਵਧੀਆ ਐਗਜ਼ਾਮਪਲ ਹੈ ਕਲਾਊਡ ਦੀ ਜੀ। ਤੇ ਜਿੰਨੀਆਂ ਸਾਰੀਆਂ ਕੰਪਨੀਆਂ ਦੇ ਮੈਂ ਨਾਮ ਲਏ, ਚਾਹੇ ਉਹ AWS ਹੈ, Amazon ਵੈਬ ਸਰਵਿਸਿਜ਼ ਜਿਹਨੂੰ ਆਪਾਂ ਕਹਿੰਦੇ ਆ ਜੀ, Google ਹੈ, ਅਲੀਬਾਬਾ ਹੈ ਜਾਂ IBM ਹੈ ਜੀ, ਇਹਨਾਂ ਸਾਰੀਆਂ ਕੰਪਨੀਆਂ ਨੇ ਕੀ ਕੀਤਾ, ਆਪਣਾ ਇਨਫਰਾਸਟ੍ਰਕਚਰ ਖੜਾ ਕਰ ਲਿਆ, ਆਪਣੇ ਸਰਵਰ ਰੱਖ ਲਏ ਜੀ, ਆਪਣੇ ਡਾਟਾਬੇਸ ਰੱਖ ਲਏ, ਆਪਣੀ ਨੈਟਵਰਕਿੰਗ ਕਰ ਲਈ ਜੀ। ਉਹਨਾਂ ਨੇ ਵਰਲਡ 'ਚ 22 ਕੰਟਰੀਜ਼ ਆਪਣਾ ਇਨਫਰਾਸਟ੍ਰਕਚਰ ਖੜਾ ਕਰ ਲਿਆ ਜੀ। ਤੇ ਉਹ ਲੋਕਾਂ ਨੂੰ, ਜਿੱਦਾਂ PSPCL ਕਿਸ ਤਰ੍ਹਾਂ ਪੈਸੇ ਲੈਂਦੀ ਹੈ,
ਕਿ ਜਿੰਨੀ ਮੀਟਰ ਯੂਜ਼ ਕਰੋਗੇ ਜਿੰਨੀ ਰੀਡਿੰਗ ਆਊਗੀ ਉਹਨੇ ਪੈਸੇ ਦਿਓ। ਬਿਲਕੁਲ ਠੀਕ ਹੈ ਜੀ। ਉਹਨਾਂ ਨੇ ਕਿਹਾ ਤੁਸੀਂ ਸਾਡੇ ਕੋਲ ਸਟੋਰੇਜ ਲੈ ਲਓ ਜੀ ਕਿੰਨੀ ਲੈਣੀ ਹੈ 8 GB ਲੈਣੀ ਹੈ ਕਿੰਨੇ ਦਿਨ ਲਈ ਲੈਣੀ ਹੈ 1 ਮਹੀਨੇ ਲਈ ਲੈਣੀ ਹੈ ਜੀ ਸਿਰਫ ਤੁਹਾਨੂੰ ਕੁਝ ਪਰਚੇਜ਼ ਕਰਨ ਦੀ ਲੋੜ ਨਹੀਂ ਹੈ ਬਾਏ ਕਰਨ ਦੀ ਲੋੜ ਨਹੀਂ ਹੈ ਜੀ। ਤੁਸੀਂ ਉਨੀ ਦੇਰ ਲਈ ਪੇ ਕਰੋ ਉਹਨਾਂ ਜਿੰਨਾ ਯੂਜ਼ ਕਰੋਗੇ ਅਗਲੀ ਵਾਰ ਫਿਰ ਤੁਹਾਨੂੰ ਫੈਸਟੀਵਲ ਸੀਜ਼ਨ ਤੇ ਤੁਸੀਂ ਆਪਣਾ ਬਿਜ਼ਨਸ ਚਲਾਉਣਾ ਹੈ ਤੁਹਾਨੂੰ ਲੱਗਦਾ ਹੈ ਕਿ ਮੈਨੂੰ ਸਰਵਰ ਜ਼ਿਆਦਾ ਚਾਹੀਦੇ ਹੈ ਜੀ 10 ਸਰਵਰ ਲੈ ਲਓ ਜੀ 10 ਦਿਨ ਬਾਅਦ 10 ਸਰਵਰ ਯੂਜ਼ ਕਰਕੇ ਬਾਕੀ ਛੱਡ ਦਿਓ ਰਿਲੀਜ਼ ਕਰ ਦਿਓ 2 ਸਰਵਰ ਲੈ ਲਓ 10 ਦਿਨਾਂ ਬਾਅਦ। ਜੀ तो ਇਹ ਸਾਰੀਆਂ ਕਲਾਊਡ ਸਰਵਿਸਿਜ਼ ਹੈ। ਕਲਾਊਡ ਦੇ ਵਿੱਚ ਬੇਸਿਕਲੀ ਕੀ ਹੈ ਨੈਟਵਰਕਿੰਗ ਸਰਵਿਸਿਜ਼ ਸਟੋਰੇਜ ਸਰਵਿਸਿਜ਼ ਡਾਟਾਬੇਸ ਸਰਵਿਸਿਜ਼ ਜੀ ਇਹ ਥਰਡ ਪਾਰਟੀ ਵੱਲੋਂ ਤੁਸੀਂ ਇਹ ਕਹਿ ਸਕਦੇ ਹੋ ਕਿਰਾਏ ਤੇ ਦਿੱਤੀ ਜਾਂਦੀ ਹੈ ਬਿਲਕੁਲ ਜੀ ਕਿ ਕੋਈ ਛੋਟਾ ਕਸਟਮਰ ਵੀ ਹੈ ਉਹ ਵੀ ਇਹ ਨਾ ਸੋਚੇ ਕਿ ਮੈਨੂੰ ਪਹਿਲਾਂ ਜਗ੍ਹਾ ਖਰੀਦਣੀ ਪਊਗੀ ਫਿਰ ਕੰਪਿਊਟਰ ਖਰੀਦਣੇ ਪੈਣਗੇ ਬਿਲਕੁਲ ਫਿਰ ਜੀ। ਸਿਕਿਉਰਿਟੀ ਕਰਨੀ ਪਊਗੀ ਜੀ। ਤੇ ਉਹ ਛੋਟਾ ਜਿਹਾ ਬਿਜ਼ਨਸਮੈਨ ਇੱਕ ਥੋੜਾ ਜਿਹਾ ਅਮਾਉਂਟ ਦੇ ਕੇ ਵੀ ਆਪਣਾ ਕੰਮ ਸ਼ੁਰੂ ਕਰ ਸਕਦਾ ਹੈ। ਜੀ ਇਹ ਕਲਾਊਡ ਸਰਵਿਸਿਜ਼ ਜਿਹੜੀਆਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਡਿਫਰੈਂਟ ਕੰਪਨੀਜ਼ ਤੋਂ। ਡਾਕਟਰ ਸਾਹਿਬ ਇਹਦੇ ਵਿੱਚ ਇੱਕ ਹੋਰ ਬੜੀ ਚੀਜ਼ ਚੱਲ ਰਹੀ ਹੈ ਅੱਜ ਕੱਲ੍ਹ ਅਸੀਂ ਵੀ ਥੋੜਾ ਬਹੁਤ ਸੁਣਿਆ ਹੈ IoT ਬਾਰੇ ਜੀ ਤਾਂ ਉਹਦੇ ਬਾਰੇ ਵੀ ਅਗਰ ਤੁਸੀਂ ਦਰਸ਼ਕਾਂ ਨੂੰ ਨਾਲ ਦੀ ਨਾਲ ਐਕਸਪਲੇਨ ਕਰ ਸਰ ਦਿਓ। ਦੇਖੋ ਜਿੱਦਾਂ ਰਜੇਸ਼ ਸਰ ਨੇ ਵੀ ਦੱਸਿਆ ਕਿ ਸਾਰੀਆਂ ਚੀਜ਼ਾਂ ਇੰਟਰ ਰਿਲੇਟਡ ਹੈਗੀਆਂ। ਜੀ IoT ਬੇਸਿਕਲੀ ਕੀ ਹੈ ਇੰਟਰਨੈਟ ਆਫ ਥਿੰਗਸ। ਜੀ ਇਹ ਸਾਰੀਆਂ ਚੀਜ਼ਾਂ ਚਾਹੇ ਸਾਈਬਰ ਸਿਕਿਉਰਿਟੀ ਹੈ ਚਾਹੇ ਕਲਾਊਡ ਹੈ ਚਾਹੇ IoT ਹੈ ਇਹ ਸਾਰੀ ਜਿੱਦਾਂ ਇੱਕ ਸਰ ਨੇ ਵੀ ਐਗਜ਼ਾਮਪਲ ਸ਼ੁਰੂ ਕੀਤੀ ਸੀ ਕਿ ਇੱਕ ਹਿਊਮਨ ਬੋਡੀ ਹੈ ਹਾਂਜੀ ਹੁਣ ਹਿਊਮਨ ਬੋਡੀ 'ਚ ਅੱਖਾਂ ਦਾ ਆਪਣਾ ਕੰਮ ਹੈ ਬਿਲਕੁਲ ਜੀ ਮੂੰਹ ਦਾ ਆਪਣਾ ਕੰਮ ਹੈ ਕੰਨਾਂ ਦਾ ਆਪਣਾ ਕੰਮ ਹੈ ਤੇ ਇਹ ਵੀ ਚੀਜ਼ਾਂ ਹੈ। IoT ਕੀ ਹੈ ਇੰਟਰਨੈਟ ਆਫ ਥਿੰਗਸ। ਇੰਟਰਨੈਟ ਆਫ ਥਿੰਗਸ ਮਤਲਬ ਕਿ ਜਿਹੜੀਆਂ ਚੀਜ਼ਾਂ ਆਪਾਂ ਸੈਂਸ ਕਰ ਰਹੇ ਹਾਂ ਉਹ ਸਾਰੀਆਂ ਸੈਂਸਰ ਦੇ ਥਰੂ ਆਪਾਂ ਸੈਂਸ ਕਰਾਂਗੇ। ਜੀ ਇੱਕ ਐਗਜ਼ਾਮਪਲ ਜਿੱਦਾਂ ਆਪਾਂ ਆਪਣੇ ਘਰ ਸਾਰਿਆਂ 'ਚ AC ਲੱਗੇ ਹੈ 에ਅਰ ਕੰਡੀਸ਼ਨ ਜੀ ਅੱਜ ਕੱਲ ਸਮਾਰਟ 에ਅਰ ਕੰਡੀਸ਼ਨ ਆ ਗਏ ਸਮਾਰਟ TV ਆ ਗਏ ਸਮਾਰਟ ਫ੍ਰਿਜ ਆ ਗਏ। ਜੀ ਪਰਪਸ ਕੀ ਹੈ ਕਿ AC ਦੇ ਸੈਂਸਰ ਲੱਗੇ ਹੈ ਉਹ ਸੈਂਸਰ ਸੈਂਸ ਕਰ ਰਹੇ ਹੈ ਕਿ ਕਿੰਨਾ ਟੈਂਪਰੇਚਰ ਹੋ ਗਿਆ ਉਹ ਸੈਂਸ ਕਰਕੇ ਹੋ ਸਕਦਾ ਹੈ ਤੁਸੀਂ ਆਪਣੇ ਘਰ ਦਾ AC ਆਪਣੇ ਆਉਣ ਤੋਂ ਪਹਿਲਾਂ ਔਨ ਕਰਨਾ ਹੈ। ਬਿਲਕੁਲ ਜੀ ਤੁਸੀਂ ਆਪਣੇ ਰੂਮ ਨੂੰ ਪਹਿਲਾਂ ਠੰਡਾ ਕਰਨਾ ਸੀ ਜੀ AC ਔਨ ਕਰਤਾ ਟੈਂਪਰੇਚਰ ਮੋਨੀਟਰ ਕੀਤਾ ਆਪਣੇ ਮੋਬਾਈਲ ਫੋਨ ਤੇ ਜੀ ਥਰੂ ਕਲਾਊਡ ਹੋ ਰਿਹਾ ਹੈ ਜੀ ਕਿ IoT ਨੇ ਜਿਹੜੇ ਸੈਂਸਰ ਸੀ ਆਪਣਾ ਸੈਂਸਰ ਦਾ ਡਾਟਾ ਪਾਇਆ ਕਲਾਊਡ ਤੇ ਠੀਕ ਹੈ ਕਲਾਊਡ ਦੇ ਥਰੂ ਤੁਹਾਡੀ ਐਪ ਤੇ ਆ ਗਿਆ ਜਿੱਦਾਂ ਆਪਾਂ Gmail ਯੂਜ਼ ਕਰਦੇ ਆ ਜਾਂ Instagram ਯੂਜ਼ ਕਰਦੇ ਆ ਜੀ ਇਹ ਸਾਰੇ ਕਲਾਊਡ ਦੇ ਕੰਮ ਕਰਦੇ Netflix Amazon ਪ੍ਰਾਈਮ ਬਿਲਕੁਲ ਬਹੁਤ ਚੱਲ ਰਿਹਾ ਇਹ ਬਹੁਤ ਸਾਰੀਆਂ ਚੀਜ਼ਾਂ ਸਾਰੀਆਂ ਕਲਾਊਡ ਤੇ ਹੈ ਜੀ ਤੇ IoT ਨੇ ਸੈਂਸਰ ਨੇ ਸੈਂਸ ਕਰਕੇ ਕਲਾਊਡ ਤੇ ਪਾਇਆ ਕਲਾਊਡ ਦੇ ਥਰੂ ਤੁਹਾਡੇ ਕੋਲ ਆ ਗਿਆ ਜੀ ਤੁਸੀਂ ਆਪਣੇ ਡਿਵਾਈਸ ਨੂੰ ਕੰਟਰੋਲ ਕਰ ਲਿਆ ਥਰੂ ਯਰ ਮੋਬਾਈਲ। ਜੀ ਇੱਕ ਸਿੰਪਲ ਜੀ ਐਗਜ਼ਾਮਪਲ IoT ਦੀ ਜੀ ਇਸ ਤਰ੍ਹਾਂ ਰੈਫਰੀਜਰੇਟਰ ਵੀ ਅੱਜਕੱਲ ਸਮਾਰਟ ਆ ਰਹੇ ਹੈ ਬਿਲਕੁਲ ਜੀ ਕਿ ਬਟਰ ਜਿਹੜਾ ਤੁਹਾਡੇ ਘਰ ਖਤਮ ਹੋ ਰਿਹਾ ਹੈ ਹਾਂਜੀ ਤੁਹਾਨੂੰ ਆਟੋਮੈਟਿਕਲੀ ਵਰੀ ਕਰਨ ਦੀ ਲੋੜ ਨਹੀਂ ਹੈ ਕਿ ਬਟਰ ਖਤਮ ਹੋ ਰਿਹਾ ਹੈ ਜੀ ਤੁਸੀਂ ਤੁਹਾਡਾ ਰੈਫਰੀਜਰੇਟਰ ਆਪਣੇ ਆਪ ਸੈਂਸ ਕਰੂਗਾ ਕਿ ਬਟਰ ਖਤਮ ਹੋ ਰਿਹਾ ਹੈ ਜੀ ਆਪਣੇ ਆਪ Amazon ਤੋਂ ਆਰਡਰ ਕਰ ਦੂਗਾ ਬਿਲਕੁਲ ਜੀ ਕਿ ਤੁਹਾਨੂੰ ਆਪਣਾ ਕੰਮ ਕਰੋ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਤੁਹਾਡਾ ਰੈਫਰੀਜਰੇਟਰ ਤੁਹਾਡੇ ਲਈ ਵਰਕ ਕਰੂਗਾ। ਜੀ ਤੇ ਇਹ ਸਾਰੀਆਂ ਚੀਜ਼ਾਂ ਸਾਈਬਰ ਸਿਕਿਉਰਿਟੀ ਹੁਣ ਜੇ ਸਾਰੀਆਂ ਚੀਜ਼ਾਂ ਕਲਾਊਡ ਤੇ ਆ ਰਹੀਆਂ ਹਾਂਜੀ ਇੰਟਰਨੈਟ ਤੇ ਆ ਰਹੀਆਂ ਸੈਂਸਰ ਦਾ ਡਾਟਾ ਇੰਟਰਨੈਟ ਤੇ ਆ ਰਿਹਾ ਜੀ ਤੇ ਉਹਨੂੰ ਸਿਕਿਉਰ ਕੀ ਕਰਨਾ ਹੈ ਉਹ ਸਾਈਬਰ ਸਿਕਿਉਰਿਟੀ ਹੈ। ਬਿਲਕੁਲ ਸੋ ਇਸ ਦੇ ਵਿੱਚ ਹੀ ਮੈਂ ਇਸ ਤੋਂ ਪਹਿਲਾਂ ਕਿ ਮੈਂ ਮਨਦੀਪ ਸਿੰਘ ਹੀਰ ਜੀ ਦੇ ਕੋਲ ਆਵਾਂ ਮੈਂ ਰਜੇਸ਼ ਜੀ ਵੱਲ ਫਿਰ ਇੱਕ ਵਾਰੀ ਜਾਣਾ ਕਿ ਸਾਈਬਰ ਸਿਕਿਉਰਿਟੀ ਦੀ ਇਸ ਵੇਲੇ ਜ਼ਰੂਰਤ ਬਹੁਤ ਜ਼ਿਆਦਾ ਪੈ ਰਹੀ ਲੋਕਾਂ ਨੂੰ ਤਾਂ ਕੀ ਲੋਕਾਂ ਨੂੰ ਆਪਣੇ ਵੱਲੋਂ ਧਿਆਨ ਰੱਖਣੇ ਚਾਹੀਦੇ ਆ ਤਾਂ ਕਿ ਉਹ ਬਚੇ ਵੀ ਰਹਿਣ। ਇੱਕ ਵਾਰੀ ਜ਼ਰੂਰ ਫਿਰ ਦੱਸੋ ਤੁਸੀਂ ਕਿ ਸਾਈਬਰ ਸਿਕਿਉਰਿਟੀ ਦੇ ਵਿੱਚ ਕੀ ਗੱਲਾਂ ਦਾ ਮੋਸਟਲੀ ਲੋਕਾਂ ਨੂੰ ਧਿਆਨ ਰੱਖਣਾ ਚਾਹੀਦਾ ਲਾਈਕ ਉਹਨਾਂ ਦੀਆਂ ਈਮੇਲਸ ਲਾਈਕ ਹੋਰ ਵੀ ਕਿਸ ਤਰ੍ਹਾਂ ਉਹ ਆਪਣੀਆਂ ਵੈਬਸਾਈਟਸ ਨੂੰ ਕਿਸ ਤਰ੍ਹਾਂ ਮਤਲਬ ਹੈਕਿੰਗ ਤੋਂ ਰੋਕ ਸਕਦੇ ਆ ਜਾਂ ਕਿਸ ਤਰ੍ਹਾਂ ਇਹ ਚੀਜ਼ਾਂ ਜ਼ਰੂਰ ਦੱਸੋ ਜੀ। ਠੀਕ ਹੈ ਸਰ ਸਾਰਿਆਂ ਨਾਲੋਂ ਇੰਪੋਰਟੈਂਟ ਗੱਲ ਹੈ ਸਾਈਬਰ ਅਸੀਂ ਜੇ ਨਾਰਮਲ ਗੱਲ ਕਰੀਏ ਤੇ ਪਹਿਲੀ ਗੱਲ ਹੈ ਕਿ ਸਾਨੂੰ ਪਹਿਲਾਂ ਤਾਂ ਜਿਹੜੇ ਅੱਜ ਕੱਲ ਫ੍ਰੀ ਵਾਈਫਾਈ ਮਿਲਦੇ ਆ ਨਾ ਨੈਟਵਰਕਸ ਕਿ ਜਿੱਦਾਂ ਕਿਸੇ ਨੇ ਸ਼ਾਪ ਵਗੈਰਾ ਤੇ ਖੋਲ ਲਿਆ ਕਿ ਜਾਂ ਮੇਰਾ ਵਾਈਫਾਈ ਅਸੈਸ ਕਰ ਲਓ ਉਹਨਾਂ ਨੂੰ ਅਵੋਇਡ ਕਰਨਾ ਚਾਹੀਦਾ ਸਾਡੇ ਕੋਲ ਆਪਣਾ ਇੱਕ ਪ੍ਰਾਈਵੇਟ ਨੈਟਵਰਕ ਹੋਣਾ ਚਾਹੀਦਾ ਸਾਡੇ ਬਿਲਕੁਲ ਜੀ। ਦੂਸਰੀ ਗੱਲ ਜਿਹੜੇ ਤੁਸੀਂ ਪਾਸਵਰਡ ਯੂਜ਼ ਕਰਦੇ ਹੋ ਇਹ ਇੰਨੇ ਜ਼ਿਆਦਾ ਕਾਮਨ ਨਹੀਂ ਪਾਸਵਰਡ ਹੋਣੇ ਚਾਹੀਦੇ ਕਿ ਜਿੱਦਾਂ ਤੁਸੀਂ ਲਿਖ ਲਿਆ 1 2 3 1 2 3 4 5 ਹਾਂਜੀ ਕੁਝ ਇਦਾਂ ਦੇ ਲਗਾਓ ਪਾਸਵਰਡ ਜਿਹੜੇ ਈਜ਼ੀਲੀ ਗੈਸ ਨਾ ਹੋ ਸਕਣ। ਅਗਰ ਕੋਈ ਜਿੱਦਾਂ ਅਸੀਂ ਜ਼ਿਆਦਾ ਨਹੀਂ ਨੰਬਰ ਰੱਖ ਲੈਣੇ ਆਪਣੀ ਬਾਈਕ ਦਾ ਨੰਬਰ ਰੱਖ ਲਿਆ ਜ਼ਿਆਦਾ ਨਹੀਂ ਤਾਂ ਸਾਡੇ ਇਹ ਵੀ ਇੱਕ ਤਰੀਕੇ ਦਾ ਅਟੈਕ ਹੈ ਜਿਹਨੂੰ ਆਪਾਂ ਸੋਸ਼ਲ ਅਟੈਕ ਬੋਲਦੇ ਹਾਂ ਵਿੱਚ ਮਤਲਬ ਸਪੈਸ਼ਲ ਕਰੈਕਟਰਸ ਯੂਜ਼ ਕਰ ਲੈਣ ਉਹ ਐਕਚੁਅਲੀ ਦੇਖਿਆ ਜਾਵੇ 8 ਤੋਂ ਲੈ ਕੇ 16 ਕਰੈਕਟਰ ਤੱਕ ਸਾਡਾ ਵਰਡ ਹੋਣਾ ਚਾਹੀਦਾ ਪਾਸਵਰਡ ਹੀ ਬਿਲਕੁਲ ਜੀ ਉਹਦੇ ਵਿੱਚ ਕੈਪੀਟਲ ਅਕਸ਼ਰ ਵੀ ਹੋਣੇ ਚਾਹੀਦੇ ਆ ਸਮਾਲ ਵੀ ਹੋਣੇ ਚਾਹੀਦੇ ਆ ਔਰ ਕੁਝ ਸਪੈਸ਼ਲ ਕਰੈਕਟਰਸ ਵੀ ਹੋਣੇ ਚਾਹੀਦੇ ਆ ਸਾਡੇ ਕੋਲ ਤਾਂ ਕਿ ਅਗਲਾ ਉਹਨੂੰ ਈਜ਼ੀ ਗੈਸ ਹੀ ਨਾ ਕਰ ਪਾਏ। ਬਿਲਕੁਲ ਜੀ ਇੱਕ ਅਟੈਕ ਜਿੱਦਾਂ ਤੁਹਾਨੂੰ ਮੈਂ ਹੁਣੀ ਵਿੱਚ ਦੱਸ ਰਿਹਾ ਸੀ ਜਿਹਨੂੰ ਆਪਾਂ ਕਹਿੰਦੇ ਸੋਸ਼ਲ ਅਟੈਕ ਚ ਕੀ ਕਿ ਪਰਸਨ ਇੱਕ ਤੁਹਾਡੇ ਨਾਲ ਚੈਟ ਕਰਨ ਲੱਗ ਪੈਂਦਾ ਉਦੋਂ ਹੀ ਉਹਨੇ ਤੁਹਾਡੇ ਗੱਲਾਂ ਦੇ ਵਿੱਚ ਤੁਹਾਡੇ ਤੋਂ ਪਤਾ ਕਰ ਲੈਣਾ ਕਿ ਜਿਹਦਾ ਇੰਟਰਸਟ ਪੁੱਛਣਾ ਅੱਛਾ ਤੁਹਾਡਾ ਡੇਟ ਆਫ ਬਰਥ ਕਦੋਂ ਹੈ ਤੁਹਾਡਾ ਨਾਮ ਕੀ ਹੈ ਤੁਹਾਡੀ ਗੱਡੀ ਦਾ ਨੰਬਰ ਕਿਹੜੇ ਰੰਗ ਦੀ ਗੱਡੀ ਹੈ ਉਹਨੇ ਫਿਰ ਤੁਹਾਡੇ ਗੈਸ ਦੇ ਹਿਸਾਬ ਨਾਲ ਗੈਸ ਲਗਾਉਣਾ ਕਈ ਵਾਰ ਇਦਾਂ ਦੇ ਗੈਸ ਵੀ ਅਟੈਕ ਹੁੰਦੇ ਆ। ਬਿਲਕੁਲ ਜੀ ਬਿਲਕੁਲ
ਉਸ ਤੋਂ ਇਲਾਵਾ ਅਸੀਂ ਮੇਨ ਇਹ ਗੱਲ ਕਰ ਸਕਦੇ ਹਾਂ ਅਟੈਕਸ ਦੇ ਵਿੱਚ ਕਿ ਅਸੀਂ ਜਦੋਂ ਵੀ ਆਪਣੀ ਸਿਸਟਮ ਯੂਜ਼ ਕਰਨਾ ਉਹਨੂੰ ਪ੍ਰੋਟੈਕਟਿਡ ਰੱਖੋ ਜੀ। ਓਰੀਜਨਲ ਵੈਬਸਾਈਟਸ ਪਾਓ, ਓਰੀਜਨਲ ਆਪਣੀ ਵਿੰਡੋ ਨੂੰ ਰੱਖੋ ਜੀ। ਅਨਆਥੋਰਾਈਜ਼ਡ ਫੇਕ ਮੇਲਸ ਜਿੱਦਾਂ ਕੋਈ ਐਡਵਰਟਾਈਜ਼ਮੈਂਟ ਦੇ ਥਰੂ ਆਉਂਦੀ, ਜਿੱਦਾਂ ਕੋਈ ਆਪਣੀ ਲਿੰਕ ਸੈਂਡ ਕਰ ਦਿੰਦਾ ਕਿ ਜਿੱਦਾਂ ਅਸੀਂ ਆਮ ਦੇਖਦੇ ਹਾਂ ਨਾਰਮਲ ਦੇ ਵਿੱਚ ਕਿ ਅੱਜ ਤੋਂ 15 ਸਾਲਾਂ ਬਾਅਦ ਮੈਂ ਕਿੱਦਾਂ ਦਾ ਲੱਗੂੰਗਾ, ਮੇਰਾ ਪਿਛਲੇ ਜਨਮ 'ਚ ਕਿੱਦਾਂ ਦਾ ਸੀ ਮੈਂ ਦੇਖਣ ਵਾਲਾ, ਉਹ ਇੱਕ ਲਿੰਕ ਆ ਜਾਂਦਾ ਤੁਹਾਡੇ ਕੋਲ। ਥੀਸ ਲਿੰਕਸ ਆਰ ਨਾਟ ਸੇਫ ਜੀ। ਤੁਸੀਂ ਇਦਾਂ ਦੇ ਲਿੰਕ ਨੂੰ ਅਵੋਇਡ ਕਰੋ ਇਹ ਚੀਜ਼ਾਂ ਜੀ। ਠੀਕ ਹੈ, ਜਿੱਦਾਂ ਕਿਸੇ ਵੈਬਸਾਈਟ ਤੇ ਆ ਜਾਂਦਾ ਕਿ ਤੁਸੀਂ PNB ਦੇ ਅਕਾਊਂਟ ਤੇ ਜਾਣਾ ਲੈਟਸ ਸਪੋਜ਼ ਤੁਸੀਂ, ਜਾਂ ਤੁਸੀਂ ਲੈਟਸ ਸਪੋਜ਼ GNA ਦੇ ਬੱਚੇ ਨੂੰ ਕਹਿਣਾ ਕਿ ਤੁਸੀਂ ਪੇਮੈਂਟ ਕਰਨੀ, ਉਹ ਨਾ ਤੁਸੀਂ ਵੈਬਸਾਈਟ ਖੋਲੋ ਉਹਦੇ ਉੱਤੇ ਇੱਕ ਲਿੰਕ ਬਣਿਆ ਆ ਜਾਂਦਾ ਜੀ। ਅਸੀਂ ਡਾਇਰੈਕਟ ਗੂਗਲ ਤੇ ਜਾ ਕੇ ਨਹੀਂ ਚੈੱਕ ਕਰਦੇ, ਅਸੀਂ ਸਿੱਧੀ ਜਲਦਬਾਜ਼ੀ ਦੇ ਵਿੱਚ ਗੂਗਲ ਤੇ ਕਲਿੱਕ ਕਰ ਦਿੰਦੇ ਹਾਂ। ਬਿਲਕੁਲ ਜੀ। ਉਹਦੇ ਨਾਲ ਕੀ ਹੁੰਦਾ, ਸੇਮ ਕਾਪੀ ਅਟੈਕ ਜਿਹਨੂੰ ਆਪਾਂ ਕਹਿੰਦੇ ਆ ਸਨੀਫਿੰਗ ਅਟੈਕ, ਜਿਹੜੇ ਆਪਾਂ ਬੇਸਿਕਲੀ ਹੁੰਦੇ ਉਹ ਵੈਬਸਾਈਟ ਕੋਲ ਜਿਵੇਂ ਤੁਸੀਂ ਆਪਣਾ ਯੂਜ਼ਰ ਨੇਮ ਪਾਸਵਰਡ ਦੇ ਦਿੰਦੇ ਹੋ, ਉਹ ਐਕਚੁਅਲ 'ਚ ਗੈਸ ਕਰ ਲੈਂਦੇ, ਤੁਹਾਡਾ ਪਾਸਵਰਡ ਹੈਕ ਹੋ ਜਾਂਦਾ। ਬਿਲਕੁਲ ਜੀ। ਪਿਛਲੇ ਦਿਨੀ ਵੀ ਇੱਕ ਇਸੇ ਤਰ੍ਹਾਂ ਦੀ ਇਸ ਗੱਲ ਨਾਲ ਸੰਬੰਧਿਤ ਮੈਂ ਜ਼ਰੂਰ ਗੱਲ ਦੱਸਣੀ ਚਾਹਾਂਗਾ ਆਪਣੇ ਦਰਸ਼ਕਾਂ ਨੂੰ ਕਿ ਪਿਛਲੇ ਦਿਨਾਂ ਦੇ ਵਿੱਚ ਇਹੀ ਚੀਜ਼ ਆਈ ਸੀ ਕਿ ਕੁਝ ਲੋਕਾਂ ਨੇ ਸਿਰਫ ਜਿਹਨਾਂ ਨੂੰ ਆਪਾਂ APK ਫਾਈਲਸ ਕਹਿੰਦੇ ਹੈਗੇ ਆ, ਉਹ ਲੋਕਾਂ ਨੂੰ ਵੈਸੇ ਹੀ ਸੈਂਡ ਕੀਤੀਆਂ ਸੀਗੀਆਂ ਔਰ ਉਹ ਤੋਂ ਉਹਨਾਂ ਨੇ ਬਹੁਤ ਕੁਝ ਕਲੈਕਟ ਕਰ ਲਿਆ। ਜਦ ਕਿ ਸ਼ਾਇਦ ਤੁਸੀਂ ਰਿਕਮੈਂਡ ਇਸ ਤਰ੍ਹਾਂ ਕਰੋਗੇ ਲੋਕਾਂ ਨੂੰ ਕਿ ਅਗਰ ਤੁਸੀਂ ਕੋਈ ਐਪ ਵੀ ਇੰਸਟਾਲ ਕਰਨੀ ਹੈ ਆਪਣੇ ਮੋਬਾਈਲ ਦੇ ਉੱਤੇ ਵੀ ਤਾਂ ਉਹ ਪਲੇ ਸਟੋਰ ਤੋਂ ਬਿਲਕੁਲ ਆਉਣੀ ਚਾਹੀਦੀ ਆ। ਪਲੇ ਸਟੋਰ ਤੋਂ ਇੱਕ ਇਹਦੇ ਵਿੱਚ ਹੋਰ ਐਡ ਕਰਦਾ, ਕੁਝ ਇਦਾਂ ਦੀ ਹੁੰਦੀਆਂ ਜਿਹੜੀਆਂ ਤੁਹਾਡੇ ਸਿਸਟਮ ਨੂੰ ਪੂਰਾ ਅਸੈਸ ਦੇ ਦਿੰਦੀਆਂ ਜੀ। ਠੀਕ ਹੈ, ਜਿੱਦਾਂ ਕਿ ਅਸੀਂ ਚੈਟ ਕਰਦੇ ਹਾਂ, ਚੈਟ ਕਰਦੇ ਕਰਦੇ ਸਾਡੇ ਕੋਲ ਇੱਕ ਐਨੀਡੈਸਕ ਨਾਮ ਦੀ ਇੱਕ ਵੈਬਸਾਈਟ ਐਪ ਆਉਂਦੀ ਹੈ, ਕਿਸੇ ਨੂੰ ਪਤਾ ਨਾ ਦੋ ਐਨੀਡਿਸਕ ਕਰ ਲੈਂਦਾ, ਦੂਸਰਾ ਪਰਸਨ ਜਿਹੜਾ ਹੈਕਰ ਹੁੰਦਾ ਕਹਿੰਦਾ ਜੀ ਮੈਨੂੰ ਨਜ਼ਰ ਨਹੀਂ ਆ ਰਿਹਾ, ਤੁਸੀਂ ਐਨੀਡਿਸਕ ਕਰ ਲਓ। ਜਿਹਨੂੰ ਨਹੀਂ ਪਤਾ ਹੁੰਦਾ ਐਨੀਡਿਸਕ ਸਟਾਰਟ ਕਰਕੇ ਉਹਨੂੰ ਦਿਖਾ ਦਿੰਦਾ, ਤੁਸੀਂ ਆਪਣੇ ਵੱਲੋਂ ਪਾਸਵਰਡ ਲਾ ਰਹੇ ਹੋ ਪਰ ਦੂਸਰਾ ਬੰਦਾ ਦਿਖੀ ਜਾ ਰਿਹਾ। ਬਿਲਕੁਲ ਜੀ। ਸੋ ਇਦਾਂ ਦੀਆਂ ਜਿਹੜੀਆਂ ਵੈਬਸਾਈਟਸ ਹੈਗੀਆਂ, ਐਪਸ ਹੈਗੀਆਂ, ਉਹਨੂੰ ਜ਼ਰੂਰਤ ਪੈਂਦੀ ਕਰੋ, ਅਦਰਵਾਈਜ਼ ਅਨਇੰਸਟਾਲ ਕਰ ਦਿਓ ਉਹਨਾਂ ਨੂੰ। ਬਿਲਕੁਲ ਠੀਕ ਹੈ ਜੀ। ਮੈਂ ਦਰਸ਼ਕਾਂ ਨੂੰ ਇਹੀ ਅਪੀਲ ਕਰਨੀ ਚਾਹੁੰਦਾ ਕਿ ਜਿਸ ਤਰ੍ਹਾਂ ਜੇਸ਼ ਜੀ ਨੇ ਬਹੁਤ ਚੰਗੇ ਢੰਗ ਦੇ ਨਾਲ ਕਿਹਾ ਕਿ ਸਾਨੂੰ ਸਿਕਿਉਰਿਟੀ ਜਿਹੜੀ ਹੈ ਕਿੱਥੇ ਤੱਕ ਰੱਖਣੀ ਚਾਹੀਦੀ ਹੈ, ਥੋੜ੍ਹੀ ਦੇਰ ਤੱਕ ਮੈਂ ਫਿਰ ਤੁਹਾਡੇ ਕੋਲ ਵਾਪਸ ਆਵਾਂਗਾ ਜੀ। ਸੋ ਮੈਂ ਗੱਲ ਕਰਨ ਲੱਗਾ ਮਨਦੀਪ ਸਿੰਘ ਹੀਰ ਜੀ ਦੇ ਨਾਲ, ਜਿਹੜੇ ਕਿ GNA ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਵੀ ਹਨ ਔਰ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਦੇ ਬਹੁਤ ਜ਼ਿਆਦਾ ਐਕਸਪਰਟ ਹਨ। ਸੋ ਮਾਈਕਰੋਚਿਪ ਅਕੈਡਮੀ ਦੇ ਬਾਰੇ ਉਹ ਪ੍ਰੋਫੈਸ਼ਨਲੀ ਖੁਦ ਦੱਸਣ ਕਿ ਕੀ ਕੁਝ ਇਹਦੇ ਵਿੱਚ ਹੁੰਦਾ ਔਰ ਡੇਲੀ ਲਾਈਫ ਦੇ ਵਿੱਚ ਲਾਈਕ ਰੋਬੋਟਿਕਸ ਦੇ ਉੱਤੇ ਤੁਹਾਡੀ ਬਹੁਤ ਸਪੈਸ਼ਲਾਈਜੇਸ਼ਨ ਹੈ। ਸੋ ਉਹਦੇ ਬਾਰੇ ਜ਼ਰੂਰ ਸਾਡੇ ਦਰਸ਼ਕਾਂ ਨੂੰ ਦੱਸੋ ਜੀ। ਐਕਚੁਅਲੀ ਜਿਹੜਾ ਅਸੀਂ ਇਹ ਟ੍ਰੇਨਰ ਹੈਗੇ ਆ ਮਾਈਕਰੋਚਿਪ ਅਕੈਡਮੀ ਪ੍ਰੋਗਰਾਮ ਦੇ ਜੀ, ਇਹ ਬੇਸਿਕਲੀ ਕੋਇੰਬਟੂਰ ਉੜੀਸਾ ਦਾ ਇੱਕ ਮੇਨ ਸਾਈਟ ਆਫਿਸ ਹੈਗਾ ਇਹਨਾਂ ਦਾ ਜੀ। ਅਸੀਂ ਉਹਨਾਂ ਦੇ ਥਰੂ ਆਪਾਂ ਸਰਟੀਫਿਕੇਸ਼ਨ ਆਪਣੀ ਕੀਤੀ ਆ ਤੇ ਆਲ ਓਵਰ ਆਪਣੇ 22 ਸਟੇਟਸ ਦੇ ਵਿੱਚ ਇਹ ਆਲਰੇਡੀ ਪ੍ਰੋਗਰਾਮ ਚੱਲਦਾ ਪਿਆ ਆ। ਠੀਕ ਹੈ ਜੀ। ਅੱਜ ਦੀ ਡੇਟ ਵਿੱਚ ਮਾਈਕਰੋਚਿਪ ਦੀ ਸਾਨੂੰ ਲੋੜ ਕਿਉਂ ਪੈਂਦੀ ਆ, ਬਿਕੋਜ਼ ਐਜ਼ ਅ ਡਿਸਕਸ਼ਨ ਜਿੱਦਾਂ ਆਪਾਂ ਹੁਣੀ ਕਰਦੇ ਪਏ ਸੀ, ਜਿੱਦਾਂ ਸਰ ਨੇ ਸਮਾਰਟ TV, ਸਮਾਰਟ ਫ੍ਰਿਜ ਦੀ ਗੱਲ ਕਰਦੇ ਆ ਜੀ। ਕਿਸੇ ਇੱਕ AC ਨੂੰ, ਕਿਸੇ ਇੱਕ ਫ੍ਰਿਜ ਨੂੰ, ਕਿਸੇ ਇੱਕ ਆਪਣੀ ਇਲੈਕਟ੍ਰੋਨਿਕ ਇਕਵਿਪਮੈਂਟ ਨੂੰ ਸਮਾਰਟ ਕੌਣ ਬਣਾਉਂਦਾ ਜੀ? ਉਹ ਹੁੰਦੇ ਆ ਇਲੈਕਟ੍ਰੋਨਿਕ ਇਕਵਿਪਮੈਂਟਸ ਜੀ। ਠੀਕ ਹੈ ਜੀ। ਜਿੱਦਾਂ ਆਪਾਂ ਸੈਂਸਰ ਦੀ ਗੱਲ ਕੀਤੀ ਆ, ਆਪਾਂ ICs ਦੀ ਗੱਲ ਕਰ ਰਹੇ ਆ ਜੀ। ਸਾਡਾ ਜਿਹੜਾ ਪ੍ਰੋਗਰਾਮ ਆ ਇਹ ਮਾਈਕਰੋਚਿਪ ਅਕੈਡਮੀ ਪ੍ਰੋਗਰਾਮ, ਅਸੀਂ ਇਹੀ ਜਿਹੜੀ ਐਟਮੇਗਾ 16 ਕੰਟਰੋਲਰ ਆ ਸਾਡਾ ਜੀ। ਕੰਟਰੋਲਰ ਇਜ਼ ਬੇਸਿਕਲੀ ਆ, ਜੇ ਆਪਾਂ ICs ਦੀ ਗੱਲ ਕਰੀਏ ਉਹਨੂੰ ਕਿਹੜੀ ਭਾਸ਼ਾ ਸਮਝ ਆਊਗੀ ਜੀ, ਉਹ ਸਾਡੀ ਭਾਸ਼ਾ ਨੂੰ ਜਿਹੜੀ ਉਹ ਪ੍ਰੋਗਰਾਮਿੰਗ ਹੁੰਦੀ ਆ ਉਹ ਸਾਡੀ ਕੰਟਰੋਲਰ ਲੈਂਗੁਏਜ ਹੁੰਦੀ ਆ। ਆਪਾਂ ਇਹਨੂੰ ਇਨ ਸ਼ਾਰਟ ਹੋਰ ਜ਼ਿਆਦਾ ਅਸੀਂ ਬਾਹਰ ਆ ਜਾਈਏ ਤਾਂ ਅਸੀਂ ਇਹਨੂੰ ਐਮਬੈਡਡ ਲੈਂਗੁਏਜ ਆਪਾਂ ਕਹਿੰਦੇ। ਬਿਲਕੁਲ ਜੀ। ਠੀਕ ਹੈ ਜੀ। ਐਮਬੈਡਡ ਲੈਂਗੁਏਜ ਸਾਡਾ ਇਹ ਪ੍ਰੋਗਰਾਮ ਹੈਗਾ ਆ ਜੀ। ਕਿਸੇ ਵੀ ਚੀਜ਼ ਨੂੰ ਸਮਾਰਟ ਕਰਨ ਵਾਸਤੇ ਸਾਨੂੰ ਐਮਬੈਡਡ ਲੈਂਗੁਏਜ ਦੀ ਬਹੁਤ ਜ਼ਿਆਦਾ ਲੋੜ ਪੈਂਦੀ ਜੀ। ਠੀਕ ਹੈ ਜੀ। ਜਿੱਦਾਂ ਲੈਟ ਅਸ ਸਪੋਜ਼ ਕਿ ਅੱਜ ਕੱਲ੍ਹ ਆਟੋਮੋਬਾਈਲਸ ਵਿੱਚ ਆਪਾਂ ਗੱਡੀਆਂ ਦੇਖ ਰਹੇ ਹਾਂ, ਪਾਰਕਿੰਗ ਸੈਂਸਰਸ ਨੂੰ ਹੀ ਦੇਖ ਲਓ। ਪਹਿਲਾਂ ਇੱਕ ਆਵਾਜ਼ ਆਉਂਦੀ ਹੁੰਦੀ ਸੀ, ਨਾ ਹੁਣ ਅਸੀਂ ਕੈਮਰੇਜ਼ ਨਾਲ ਵੀ ਆਪਾਂ ਆਪਣਾ ਪਾਰਕਿੰਗ ਸੈਂਸਰ ਆਪਾਂ ਆਰਾਮ ਨਾਲ ਦੇਖ ਸਕਦੇ ਹਾਂ। ਬਿਲਕੁਲ ਜੀ। ਆਹ ਚੀਜ਼ਾਂ ਕਿੱਦਾਂ ਉਸ ਗੱਡੀ ਨੂੰ ਕੰਟਰੋਲ ਕਰਨਾ, ਜਿੱਦਾਂ ਟੈਸਲਾ ਇੱਕ ਸਭ ਤੋਂ ਵੱਡਾ ਐਗਜ਼ਾਮਪਲ ਆ ਕਿ ਮੋਹਰੇ ਜੇ ਕੋਈ ਵੀ ਇੱਕ ਆਪਣਾ ਕੋਈ ਪਰਸਨ ਆ ਜਾਂਦਾ ਤੇ ਗੱਡੀ ਆਟੋਮੈਟਿਕ ਬ੍ਰੇਕਸ ਲਾ ਜਾਂਦੀ ਹੈ। ਇਹ ਐਕਚੁਅਲੀ ਕੀ ਆ, ਇਹ ਇੱਕ ਪ੍ਰੋਗਰਾਮਿੰਗ ਹੈ ਜੋ ਗੱਡੀ ਨੂੰ ਸਮਝਾਉਂਦੀ ਹੈ ਕਿ ਤੂੰ ਕਦੋਂ ਰੁਕਣਾ ਕਦੋਂ ਨਹੀਂ ਰੁਕਣਾ। ਉਹ ਪ੍ਰੋਗਰਾਮਿੰਗ ਜਿਹੜੀ ਹੈ ਦੈਟ ਇਜ਼ ਐਮਬੈਡਡ ਲੈਂਗੁਏਜ ਜੀ। ਕਿਸੇ ਮਸ਼ੀਨ ਨੂੰ ਸਮਝਾਉਣਾ ਕਿ ਤੁਸੀਂ ਇਹ ਵਾਲੀ ਪਿਕ ਐਂਡ ਡ੍ਰੌਪ ਕਰਨੀ ਹੈ ਚੀਜ਼, ਕਿਸੇ ਮਸ਼ੀਨ ਨੂੰ ਸਮਝਾਉਣਾ ਕਿ ਤੁਸੀਂ ਮੈਨੂੰ ਆਇਡੈਂਟੀਫਾਈ ਕਰਕੇ ਦੱਸੋ ਕਿ ਮੇਰਾ ਟੈਂਪਰੇਚਰ ਕਿੰਨਾ ਹੈ ਕਿੰਨਾ ਨਹੀਂ ਹੈ, ਇਹ ਸਾਰਾ ਆਪਣਾ ਇਹ ਮਾਈਕਰੋਚਿਪ ਦੇ ਅੰਡਰ ਅਸੀਂ ਇਹ ਕਵਰ ਕਰਦੇ ਹਾਂ। ਬਾਕੀ ਜਿੱਦਾਂ ਤੁਸੀਂ ਕਿਹਾ ਸੀ ਕਿ ਰੋਬੋਟਿਕਸ ਵਿੱਚ ਇਹਦਾ ਕੀ ਹੈਗਾ ਆ, ਐਕਚੁਅਲੀ ਜਿੱਦਾਂ ਰੋਬੋਟਿਕਸ ਲੈ ਲਈਏ, ਮੈਕਾਟ੍ਰੋਨਿਕਸ ਲੈ ਲਈਏ ਜੀ, ਜਿਹੜੀ ਇਲੈਕਟ੍ਰੋਨਿਕਸ ਆ ਮਦਰ ਬ੍ਰਾਂਚ ਹੈ, ਦੈਟ ਇਜ਼ ਅ ਕੋਰ ਬ੍ਰਾਂਚ ਜੀ। ਸਾਰੀਆਂ ਚੀਜ਼ਾਂ ਇਹਨਾਂ ਵਿੱਚੋਂ ਹੀ ਅੱਗੇ ਐਪਲੀਕੇਸ਼ਨ ਏਰੀਆਜ਼ ਨਿਕਲੇ ਹੋਏ ਆ। ਸੋ ਮਾਈਕਰੋਚਿਪ ਸਾਨੂੰ ਇਹੀ ਚੀਜ਼ ਆਫਰ ਕਰਦੀ ਆ ਕਿ ਹਾਊ ਵੀ ਲਰਨ ਦਿਸ ਪ੍ਰੋਗਰਾਮ। ਐਂਡ ਮੇਰੇ ਕਈ ਬੱਚੇ ਹੈਗੇ ਜਿਹੜੇ ਇਹਦੇ ਵਿੱਚ ਇਨਰੋਲ ਹੋ ਚੁੱਕੇ ਨੇ ਤੇ ਉਹਨਾਂ ਦੇ ਇੰਨੇ ਟ੍ਰੈਮੈਂਡਸ ਪ੍ਰੋਜੈਕਟ ਕੰਮ ਕਰਦੇ ਪਏ ਨੇ ਕਿ
ਬਿਕੋਜ਼ ਨਿਊ ਯੰਗ ਜਨਰੇਸ਼ਨ, ਯੰਗ ਮਾਈਂਡ ਐਂਡ ਫਰੈਸ਼ ਆਈਡੀਆਜ਼ ਹੁੰਦੇ ਨੇ, ਕਿਉਂਕਿ ਉਹਨਾਂ ਕੋਲ ਜਿਹੜੇ ਆਈਡੀਆਜ਼ ਹੈਗੇ ਨੇ ਅਸੀਂ ਉਹਨਾਂ ਨੂੰ ਯੂਟਿਲਾਈਜ਼ ਕਰਦੇ ਹਾਂ ਤੇ ਉਹਨਾਂ ਨੂੰ ਅਸੀਂ ਇੱਕ ਪਲੇਟਫਾਰਮ ਪ੍ਰੋਵਾਈਡ ਕਰਦੇ ਹਾਂ ਜਿਹੜਾ ਅਸੀਂ ਮਾਈਕਰੋਚਿਪ ਅਕੈਡਮੀ ਪ੍ਰੋਗਰਾਮ ਦੇ ਥਰੂ ਦੇ ਰਹੇ ਹਾਂ। ਬਿਕੋਜ਼ ਸਟੂਡੈਂਟ ਦੇ ਮਾਈਂਡ 'ਚ ਬਹੁਤ ਚੀਜ਼ਾਂ ਆ ਜੀ, ਉਹ ਕਹਿੰਦਾ ਕਿ ਸਰ ਮੈਂ ਇੱਕ ਐਸੀ ਚੀਜ਼ ਬਣਾਉਣੀ ਆ ਕਿ ਇੱਥੋਂ ਉੱਥੇ ਤੱਕ ਮੇਰਾ ਸਿਗਨਲ ਇੱਦਾਂ ਕਰਕੇ ਜਾਵੇ, ਬਟ ਉਹ ਵਾਲਾ ਕੰਮ ਕਰਨ ਵਾਸਤੇ ਅਸੀਂ ਬੱਚੇ ਨੂੰ ਕੀ ਪਲੇਟਫਾਰਮ ਦਈਏ ਜੀ, ਉਹ ਅਸੀਂ ਇੱਥੇ GNA ਵਿੱਚ ਪ੍ਰੋਵਾਈਡ ਕਰਦੇ ਹਾਂ। ਇਹਦੇ ਵਾਸਤੇ ਸਾਨੂੰ ਸਰਟੀਫਿਕੇਸ਼ਨ ਕੋਰਸਿਸ ਹੈਗੇ ਨੇ, ਬਹੁਤ ਅੱਛੀਆਂ ਇਹਨਾਂ ਦੇ ਇਕਵਿਪਮੈਂਟਸ ਨੇ, ਬਹੁਤ ਅੱਛੇ ਇਹਨਾਂ ਦੇ ਟ੍ਰੇਨਿੰਗ ਮੋਡਿਊਲਸ ਨੇ। ਇਹ ਪੂਰੇ ਸਾਨੂੰ ਤਾਂ 50 ਆਵਰਸ ਦਾ ਇਹਨਾਂ ਨੇ, ਜਿੱਦਾਂ ਅਸੀਂ 50 ਆਵਰਸ 60 ਆਵਰਸ ਆਪਾਂ ਇੰਨੇ ਘੰਟੇ ਬੱਚਿਆਂ ਨੂੰ ਦਿੰਦੇ ਹਾਂ, ਬਟ ਸਾਡੇ ਕੋਲ ਬੱਚਾ ਇਹਦੇ 'ਚ ਇੰਨਾ ਜ਼ਿਆਦਾ ਇੰਟਰਸਟਡ ਹੋ ਜਾਂਦਾ ਆ ਕਿ ਸਾਨੂੰ ਉਹਦੇ ਵਾਸਤੇ ਐਕਸਟਰਾ ਟਾਈਮ ਵੀ ਅਸੀਂ ਬਹੁਤ ਜ਼ਿਆਦਾ ਡਿਵੋਟ ਕਰਦੇ ਹਾਂ। ਤੇ ਇਨ ਦਾ ਐਂਡ ਜਿਹੜਾ ਰਿਜ਼ਲਟ ਆਉਂਦਾ ਆ ਉਹ ਇਨ ਦਾ ਐਂਡ ਪ੍ਰੋਜੈਕਟਸ ਜਾਂ ਪ੍ਰੋਡਕਟਸ ਦੇ ਰੂਪ ਵਿੱਚ ਆਉਂਦਾ ਆ, ਜੋ ਬੱਚੇ ਨੂੰ ਥਿਓਰੈਟੀਕਲ ਨੌਲੇਜ ਤੋਂ ਅਲੱਗ ਕਰਕੇ ਸਿੱਧਾ ਪ੍ਰੈਕਟੀਕਲ ਐਕਸਪੋਜ਼ਰ ਦੇ ਦਿੰਦਾ ਜੀ। ਇਹੀ ਵਾਲਾ ਇੱਕ ਰੀਜ਼ਨ ਆ ਕਿ ਸਾਡਾ ਜਿਹੜਾ ਬੱਚਾ ਆ ਆਰਾਮ ਨਾਲ ਕਿਸੇ ਵੀ ਇੰਡਸਟਰੀ ਵਿੱਚ ਜਾ ਕੇ ਆਰਾਮ ਨਾਲ ਕੰਮ ਕਰ ਸਕਦਾ ਆ। ਉਹ ਪਹਿਲੀ ਵਾਰ ਇੰਡਸਟਰੀ ਵਿੱਚ ਜਾ ਕੇ ਹੈਰਾਨ ਨਹੀਂ ਹੁੰਦਾ ਕਿ ਮੈਂ ਇਹ ਤਾਂ ਚੀਜ਼ ਪਹਿਲਾਂ ਦੇਖੀ ਨਹੀਂ, ਕਿਉਂ? ਕਿਉਂਕਿ ਅਸੀਂ ਉਹ ਵਾਲਾ ਪੂਰੀ ਚੀਜ਼ ਉਹਨੂੰ 4 ਸਾਲਾਂ ਦੇ ਅੰਦਰ ਪਹਿਲਾਂ ਹੀ ਦਿਖਾ ਚੁੱਕੇ ਹਾਂ। ਬਿਲਕੁਲ ਜੀ, ਕਿ ਕਿੱਦਾਂ ਇਹ ਪ੍ਰੋਗਰਾਮਿੰਗ ਹੋਣੀ ਆ, ਕਿੱਦਾਂ ਇਹ ਲੈਂਗੁਏਜ ਹੈਗੀ ਆ ਜੀ। ਓਕੇ, ਸੋ ਇਹਦਾ ਇੱਕ ਮੈਂ ਬਹੁਤ ਛੋਟਾ ਐਗਜ਼ਾਮਪਲ ਦੱਸਦਾ ਕਿ ਇਨ 2007 ਵਿੱਚ ਮੈਂ BHEL ਹਰਿਦੁਆਰ ਗਿਆ ਸੀ, ਉੱਥੇ CNC ਮਸ਼ੀਨਿੰਗ ਯੂਜ਼ ਕਰਦੇ ਸੀ, CNC ਲੈਂਗੁਏਜ। ਠੀਕ ਹੈ ਜੀ। ਐਂਡ ਦੈਟ CNC ਇਜ਼ ਬੇਸਡ ਅਪਨ ਦਾ PLC ਲੈਂਗੁਏਜ। ਠੀਕ ਹੈ ਜੀ। ਪ੍ਰੋਗਰਾਮੇਬਲ ਲੌਜਿਕ ਕੰਟਰੋਲਰ। ਠੀਕ ਹੈ ਜੀ। ਅਗੇਨ ਇਟ ਇਜ਼ ਅ ਐਮਬੈਡਡ ਲੈਂਗੁਏਜ ਜੀ। ਬਟ ਅੱਜ ਦੀ ਡੇਟ 'ਚ ਆਪਾਂ ਜੇ ਆਪਾਂ ਇੱਥੇ ਗੱਲ ਕਰੀਏ, ਸਾਡੀ GNA ਯੂਨੀਵਰਸਿਟੀ ਟੈਕਨੋਲੋਜੀ 4.0 ਯੂਜ਼ ਕਰਦੀ ਪਈ ਹੈ ਜੀ। ਦੈਟ 4.0 ਇਜ਼ ਅ ਰੋਬੋਟਿਕਸ ਲੈਂਗੁਏਜ ਜੀ। ਬਟ ਰੋਬੋਟਸ ਨੂੰ ਸਮਝਾਊਗਾ ਕੌਣ? ਹਾਂਜੀ, ਪ੍ਰੋਗਰਾਮਿੰਗ ਕਰਨੀ ਪਏਗੀ। ਪ੍ਰੋਗਰਾਮਿੰਗ ਅਗੇਨ ਪ੍ਰੋਗਰਾਮਿੰਗ ਇਜ਼ ਬਿਲਕੁਲ ਜੀ, ਬਿਲਕੁਲ। ਇੱਥੇ ਦੋ ਤਰ੍ਹਾਂ ਦੀ ਪ੍ਰੋਗਰਾਮਿੰਗ ਹੁੰਦੀ ਹੈ, ਇੱਕ ਹੁੰਦੀ ਹੈ ਕੰਪਿਊਟਰ ਪ੍ਰੋਗਰਾਮਿੰਗ, ਇੱਕ ਹੁੰਦੀ ਹੈ ਇਲੈਕਟ੍ਰੋਨਿਕ ਪ੍ਰੋਗਰਾਮਿੰਗ। ਕੰਪਿਊਟਰ ਪ੍ਰੋਗਰਾਮਿੰਗ ਜਿੱਦਾਂ ਆਪਾਂ ਜਾਵਾ ਕੋਰਸ ਕਰ ਲਈਏ, C++ ਕਰ ਲਈਏ, .NET ਕਰ ਲਈਏ, ਉਹ ਹੈਗੀ ਕੰਪਿਊਟਰ ਪ੍ਰੋਗਰਾਮਿੰਗ। ਬਟ ਮੈਂ ਮਸ਼ੀਨ ਨੂੰ ਸਮਝਾਉਣਾ ਜੀ, ਮਸ਼ੀਨ ਲੈਂਗੁਏਜ ਜਿਹਨੂੰ ਕਹਿੰਦੇ, ਠੀਕ ਹੈ। ਮੈਂ ਆਪਣੇ ਰੋਬੋਟਸ ਨੂੰ ਸਮਝਾਉਣਾ ਹੈ, ਮੈਂ PLC ਯੂਜ਼ ਕਰਨੀ ਹੈ, ਐਮਬੈਡਡ ਯੂਜ਼ ਕਰਨੀ, ਦੈਟ ਇਜ਼ ਕਾਲਡ ਦਾ ਇਲੈਕਟ੍ਰੋਨਿਕਸ ਲੈਂਗੁਏਜ ਜੀ। ਸੋ ਇੱਥੇ GNA ਵਿੱਚ ਬੋਥ ਲੈਂਗੁਏਜ ਆਰ ਗਿਵਨ, ਦੋਨੋਂ ਲੈਂਗੁਏਜ ਦਾ ਦਿੰਦਾ। ਤੇ ਬਾਕੀ ਇੱਕ ਸਟੂਡੈਂਟ ਦਾ ਇੰਟਰਸਟ, ਓਬਵੀਅਸਲੀ ਸਟੂਡੈਂਟ ਦਾ ਜੇ 'ਚ ਇੰਟਰਸਟ ਹੈਗਾ, ਸਟੂਡੈਂਟ ਜੋ ਕਰਨਾ ਚਾਹੁੰਦਾ, ਬਿਕੋਜ਼ ਸਟੂਡੈਂਟ ਮੈਂ ਤੁਹਾਨੂੰ ਜਿੱਦਾਂ ਪਹਿਲਾਂ ਹੀ ਕਿਹਾ ਨੌਲੇਜ ਦਾ ਖਜ਼ਾਨਾ ਆ, ਉਹਦੇ ਕੋਲ ਬਹੁਤ ਆਈਡੀਆਜ਼ ਹੈਗੇ ਆ ਜੀ। ਤੇ ਆਪਾਂ ਬਸ ਉਹਦੇ ਆਈਡੀਆਜ਼ ਨੂੰ ਫੁੱਲਫਿਲ ਕਰਨ ਵਾਸਤੇ ਆਪਾਂ ਇੱਕ ਇੱਦਾਂ ਦੇ ਪ੍ਰੋਗਰਾਮਸ ਦੇ ਆਪਾਂ ਇੱਕ ਪਲੇਟਫਾਰਮ ਪ੍ਰੋਵਾਈਡ ਕੀਤਾ ਹੋਇਆ। ਇਹ ਮਨਦੀਪ ਜੀ, ਵਾਕਿਆ ਹੀ ਤੁਸੀਂ ਗੱਲਬਾਤ ਕੀਤੀ ਹੈ ਪ੍ਰੋਗਰਾਮਿੰਗ ਦੀ। ਪ੍ਰੋਗਰਾਮਿੰਗ ਵਾਕਿਆ ਹੀ ਦੋ ਤਰੀਕਿਆਂ ਦੇ ਨਾਲ ਹੁੰਦੀ ਹੈ। ਆਮ ਕੰਪਿਊਟਰ ਵਾਲੀ ਪ੍ਰੋਗਰਾਮਿੰਗ ਤਾਂ ਬੱਚੇ ਥੋੜ੍ਹਾ ਈਜ਼ੀਲੀ ਸਿੱਖ ਜਾਂਦੇ ਆ। ਜਿਸ ਵੇਲੇ ਆਪਾਂ ਮਸ਼ੀਨ ਲੈਂਗੁਏਜ ਦੀ ਗੱਲ ਕਰਦੇ ਆ, ਉਹਦੇ ਵਿੱਚ ਵਾਕਿਆ ਹੀ ਕਿਉਂਕਿ ਟਫ ਹੈ ਕਾਫੀ ਜ਼ਿਆਦਾ। ਲੇਕਿਨ ਅੱਜ ਕੱਲ੍ਹ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਆ ਕਿ ਬੱਚਿਆਂ ਦਾ ਇੰਟਰਸਟ ਤੁਸੀਂ ਉਹਨਾਂ ਦੇ ਵਿੱਚ ਕ੍ਰੀਏਟ ਕਿਸ ਤਰੀਕੇ ਦੇ ਨਾਲ ਕਰਦੇ ਆ ਕਿ ਮਸ਼ੀਨ ਲੈਂਗੁਏਜ ਵੀ ਉਹ ਸਿੱਖਦੇ ਹੈਗੇ ਆ? ਉਹਨਾਂ ਸਰ ਬਹੁਤ ਆਸਾਨ ਤਰੀਕਾ ਆ, ਕਿਉਂਕਿ ਜੇ ਤੁਸੀਂ ਕਦੇ ਵੀ ਮਸ਼ੀਨ ਲੈਂਗੁਏਜ ਸਿੱਖਣੀ ਆ, ਉਹਦਾ ਇੱਕੋ ਹੀ ਮੂਲ ਮੰਤਰ ਆ, ਉਹ ਹੈਗਾ ਜੀ ਬੱਚੇ ਨੂੰ ਲੌਜਿਕ ਸਿਖਾਓ ਜੀ, ਕਿ ਕਿਹੜੀ ਚੀਜ਼ ਕਿੱਦਾਂ ਹੋਣੀ। ਜਿੱਦਾਂ ਮੈਂ ਕਿਹਾ 2+2 ਕਿੰਨਾ ਹੁੰਦਾ, ਉਹ ਕਹਿਣਾ ਜੀ 4। ਜੇ ਮੈਂ ਕਹਾਂ 2+2 5 ਹੁੰਦਾ, ਉੱਥੇ ਉਹ ਕੁਐਸਚਨ ਕ੍ਰੀਏਟ ਕਰਦਾ ਹੈ ਨਾ ਜੀ, ਇਹ ਕਿੱਦਾਂ ਹੋ ਗਿਆ। ਬਟ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਸਾਡੇ ਡਿਜੀਟਲ ਇਲੈਕਟ੍ਰੋਨਿਕ ਸਬਜੈਕਟ ਆ, ਉਹ 'ਚ ਜੇ ਆਪਾਂ ਕਹੀਏ ਨਾ 1+1 0 ਹੁੰਦਾ, ਉਹ 'ਚ ਕੋਈ ਹੈਰਾਨੀ ਦੀ ਗੱਲ ਨਹੀਂ ਹੈਗੀ। ਬਿਲਕੁਲ ਕਿਉਂ ਨਹੀਂ ਹੈਗੀ? ਕਿਉਂਕਿ ਉਹ ਕਹਿੰਦੇ ਇਹ ਬਾਈਨਰੀ ਲੈਂਗੁਏਜ ਆ, ਕੰਪਿਊਟਰ ਨੂੰ ਇਹ ਲੈਂਗੁਏਜ ਸਮਝ ਆਉਂਦੀ ਆ। ਬਿਲਕੁਲ ਜੀ, ਬਿਲਕੁਲ। ਬਟ ਜੇ ਕੋਈ ਆਮ ਲੇਮੈਨ ਪਰਸਨ ਪੁੱਛੇ, ਉਹ ਕਹਿੰਦਾ ਯਾਰ 1+1 ਦਾ 2 ਹੁੰਦਾ, 0 ਕਿੱਦਾਂ ਹੋ ਗਿਆ। ਠੀਕ ਹੈ, ਜਦੋਂ ਆਪਾਂ ਐਦਾਂ ਦੇ ਇੰਟਰਸਟ ਵਾਲੇ ਚੀਜ਼ਾਂ ਅਸੀਂ ਬੱਚੇ ਦੇ ਅੰਦਰ ਜਗਾਉਂਦੇ ਆ ਜੀ, ਜਦੋਂ ਉਹਨੂੰ ਲਾਲਸਾ ਹੁੰਦੀ ਹੈ ਕਿ ਹਾਂ ਵੀ ਆਪਾਂ 1+1 0 ਕਿਉਂ ਹੋਇਆ, ਜਦੋਂ ਉਹ ਚੀਜ਼ ਸਿੱਖਣਾ ਸਟਾਰਟ ਕਰਦਾ ਆ, ਉਹਨੂੰ ਫਿਰ ਅੱਗੇ ਕੁਐਸਚਨ ਤੋਂ ਕੁਐਸਚਨ ਅੱਗੇ ਮਿਲਦੇ ਆ ਜੀ। ਤੇ ਇਹ ਸਭ ਤੋਂ ਜ਼ਿਆਦਾ ਸਾਡਾ ਕੀ ਫੈਕਟਰ ਹੈ ਇਹ ਚੀਜ਼ ਸਿਖਾਉਣ ਦੇ ਵਿੱਚ। ਮਨਦੀਪ ਜੀ, ਬਹੁਤ ਅੱਛਾ ਤੁਸੀਂ ਦੱਸਿਆ। ਪਿਛਲੇ ਦਿਨਾਂ 'ਚ ਮੈਂ ਵੀ ਗੱਲ ਕਰ ਰਿਹਾ ਸੀ ਡਾਕਟਰ ਅਨੁਰਾਗ ਸ਼ਰਮਾ ਜੀ, ਕਿਸੇ ਆਮ ਲੋਕਾਂ ਦੇ ਨਾਲ ਗੱਲ ਇਹੀ ਬਿਲਕੁਲ ਕਰ ਰਿਹਾ ਸੀ। ਮੈਂ ਉਹਨਾਂ ਨੂੰ ਕਿਹਾ 2 + 2 ਕਿੰਨੇ ਹੁੰਦੇ ਆ? ਉਹ ਕਹਿੰਦੇ 4 ਜੀ। ਮੈਂ ਕਿਹਾ ਅਗਰ ਮੇਰਾ ਕੰਪਿਊਟਰ 5 ਕਹਿ ਰਿਹਾ ਹੋਏਗਾ, ਕਹਿੰਦੇ ਕਦੀ ਕਹਿ ਹੀ ਨਹੀਂ ਸਕਦਾ ਜੀ। ਮੈਂ ਤਾਂ ਐਕਚੁਅਲੀ ਇੱਕ ਛੋਟਾ ਜਿਹਾ ਸੌਫਟਵੇਅਰ ਮਤਲਬ ਤਿਆਰ ਕੀਤਾ ਸੀ, ਉਹਦੇ ਸਾਰੀਆਂ ਫਿਗਰਸ ਇਸ ਤਰ੍ਹਾਂ ਐਡ ਕੀਤੀਆਂ ਸੀ, ਕਿਉਂਕਿ ਕੰਪਿਊਟਰ ਦੇ ਕੋਲੋਂ ਆਪਾਂ ਕਹਾਉਣਾ ਹੁੰਦਾ ਵੀ ਜੇ ਕੋਈ ਆਮ ਬੰਦਾ ਪੁੱਛਦਾ ਵੀ 2 + 2, ਮੈਂ ਕਿਹਾ ਉਹਨੂੰ ਕੰਪਿਊਟਰ ਨੂੰ ਇੰਸਟਰਕਸ਼ਨਾਂ ਦਿੱਤੀਆਂ ਸੀ ਕਿ ਤੂੰ 5 ਹੀ ਕਹਿਣਾ। ਉਹ ਬੜਾ ਹੈਰਾਨ ਹੋ ਗਿਆ, ਉਹ ਕਹਿੰਦਾ ਵੀ ਇਹ ਕਿਸ ਤਰ੍ਹਾਂ ਹੋ ਰਿਹਾ। ਸੋ ਪ੍ਰੋਗਰਾਮਿੰਗ ਦੇ ਵਿੱਚ ਵਾਕਿਆ ਹੀ ਤੁਸੀਂ ਤਾਂ ਖੁਦ ਪੜ੍ਹਾਉਂਦੇ ਹੋ, ਇਹ ਸਾਰਾ ਕੁਝ ਆਪਾਂ ਦੇਖਦੇ ਹਾਂ ਵੀ ਕੰਪਿਊਟਰ ਦੇ ਵਿੱਚ, ਕਿਉਂਕਿ ਕੰਪਿਊਟਰ ਨੂੰ ਆਪਾਂ ਅਗਰ ਸੌਖੀ ਲੈਂਗੁਏਜ ਦੇ ਵਿੱਚ ਮੈਂ ਇੱਕ ਡੈਫੀਨੇਸ਼ਨ ਦੇਵਾਂ, ਮੈਂ ਇਹ ਕਹਿੰਦਾ ਹੁੰਦਾ ਕੰਪਿਊਟਰ ਇਜ਼ ਅ ਡੋਂਕੀ।
ਉਹ ਵਾਕਿਆ ਹੀ ਗਧਾ ਆ ਕਿ ਜਿੰਨੀਆਂ ਆਪਾਂ ਉਹਦੇ ਛੁੱਟੀਆਂ ਮਾਰ ਲੈਂਦੇ ਓਨਾ ਹੀ ਕੰਮ ਕਰਦਾ, ਕਿਉਂਕਿ ਕੰਪਿਊਟਰ ਨੇ ਆਪਣੇ ਆਪ ਕੁਝ ਨਹੀਂ ਕਰਨਾ। ਜੋ ਅਸੀਂ ਪ੍ਰੋਗਰਾਮਿੰਗ ਦੇ ਥਰੂ ਉਹਨੂੰ ਫੀਡ ਕਰ ਦਿੱਤਾ ਉਹਦੇ ਅਕੋਰਡਿੰਗ ਹੀ ਉਹਨੇ ਚੱਲਣਾ। ਸ਼ਾਇਦ ਮਤਲਬ ਜ਼ਰੂਰ ਥੋੜਾ ਦਰਸ਼ਕਾਂ ਨੂੰ ਵੀ ਹਾਸਾ ਆ ਰਿਹਾ ਹੋਊਗਾ ਕਿ ਮੈਂ ਡੈਫੀਨੇਸ਼ਨ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਕਹੀ ਆ, ਵਾਕਿਆ ਹੀ। ਲੇਕਿਨ ਕੰਪਿਊਟਰ ਦੀ ਜਿਹੜੀ ਪ੍ਰੋਗਰਾਮਿੰਗ ਕਰਦੇ ਆ, ਅਸੀਂ ਵੀ ਪ੍ਰੋਗਰਾਮਿੰਗ ਕਰਦੇ ਆ, ਅਸੀਂ ਕੰਪਿਊਟਰ ਕੋਲੋਂ ਕੁਝ ਵੀ ਕਹਾ ਸਕਦੇ ਆ। ਸੋ ਅਗਲੀ ਗੱਲ ਜਿਹੜੀ ਕਹਿਣ ਕਹਾਉਣ ਵਾਲੀ ਗੱਲ ਆ, ਇਹ ਮੈਂ ਰਜੇਸ਼ ਸ਼ਰਮਾ ਜੀ ਤੋਂ ਇਹ ਪੁੱਛਣਾ ਚਾਹੁੰਦਾ ਕਿ ਜਿਸ ਤਰ੍ਹਾਂ ਇਹ ਬੱਚੇ ਤੁਹਾਡੇ ਕੋਲੋਂ ਇਸ ਵੇਲੇ ਵੀ ਕੋਰਸ ਕਰ ਰਹੇ ਆ, ਠੀਕ ਹੈ ਜੀ, ਸਾਈਬਰ ਸਿਕਿਉਰਿਟੀ ਦੇ ਉੱਤੇ, ਇਹਨਾਂ ਦਾ ਫਿਊਚਰ ਅੱਗੇ ਜਾ ਕੇ ਕੀ ਹੈ? ਹਾਲਾਂਕਿ ਫਿਊਚਰ ਦੇ ਬਾਰੇ ਸਭ ਨੂੰ ਪਤਾ ਵੀ ਹੈ ਕਿ ਇਸ ਦੀ ਇਸ ਵੇਲੇ ਬਹੁਤ ਜ਼ਿਆਦਾ ਜ਼ਰੂਰਤ ਪੈ ਰਹੀ ਆ ਸਾਈਬਰ ਸਿਕਿਉਰਿਟੀ ਦੇ ਵਿੱਚ। ਤਾਂ ਤੁਸੀਂ ਆਪ ਖੁਦ ਦੱਸੋ ਦਰਸ਼ਕਾਂ ਨੂੰ ਕਿ ਕਿਸ ਤਰ੍ਹਾਂ ਜ਼ਿਆਦਾ ਲੋੜ ਪੈਂਦੀ ਹੈ ਫਿਊਚਰ ਇੱਕ ਬੱਚਾ ਜਿਸ ਵੇਲੇ ਕਰ ਲੈਂਦਾ, ਉਹ ਫਿਰ ਅੱਗੇ ਉਹਦੇ ਸਕੋਪ ਕੀ ਹੈਗੇ ਆ? ਸਰ ਇਹਦਾ ਆਨਸਰ ਮੈਂ ਸਰ ਉਹਨਾਂ ਦੇ ਆਨਸਰ ਨੂੰ ਹੀ ਰਿਲੇਟ ਕਰਦਾ ਜੀ। ਉਹ ਇਸ ਤਰੀਕੇ ਦੇ ਨਾਲ ਹੈ ਕਿ ਜਿੱਦਾਂ ਐਗਜ਼ਾਮਪਲ ਦੇ ਤੌਰ ਤੇ ਮੇਰੇ ਕੋਲ ਸਿੱਧਾ ਪਹਿਲਾਂ ਤਾਂ ਬੱਚਾ ਅੱਜ ਕੱਲ੍ਹ ਆਉਂਦਾ ਨਾ, ਉਹ ਅੱਜ ਕੱਲ੍ਹ ਹਰ ਇੱਕ ਨੂੰ ਮੋਸਟਲੀ ਅਵੇਅਰ ਹੈ ਕਿ ਉਹਨੇ ਮੈਂ ਇਹ ਸਪੈਸ਼ਲਾਈਜੇਸ਼ਨ ਦੇ ਵਿੱਚ ਕਰਨੀ ਹੈ ਜੀ। ਪਹਿਲਾਂ ਤਾਂ ਕੁਐਸਚਨ ਆਉਂਦਾ। ਨੰਬਰ 2, ਬੱਚੇ ਨੂੰ ਜਦੋਂ ਆਉਂਦਾ ਕਿ ਸਾਈਬਰ ਸਿਕਿਉਰਿਟੀ ਦੇ ਵਿੱਚ ਕਰਨੀ, ਉਹਦਾ ਫਿਊਚਰ ਇਹ ਹੈ ਸਾਡੇ ਕੋਲੋਂ। ਗੱਲਾਂ ਤਾਂ ਆਪਾਂ ਬਹੁਤ ਕਰਦੇ ਅੱਜ ਤੱਕ, ਹੁਣ ਮੈਂ ਤੁਹਾਨੂੰ ਜੋ ਸਮਝਾਇਆ ਸੀ ਸਮਝਾਇਆ ਇੱਦਾਂ ਲੱਗਿਆ ਹੋਏਗਾ ਕਿ ਬੁਕਿਸ਼ ਲੈਂਗੁਏਜ ਆਇਆ, ਪਰ ਐਕਚੁਅਲ ਇੰਪਲੀਮੈਂਟੇਸ਼ਨ ਕਿੱਦਾਂ ਹੁੰਦੀ ਹੈ ਉਸ ਚੀਜ਼ ਦੀ, ਜੀ। ਮਾਰਕੀਟ ਵਿੱਚ ਡਿਮਾਂਡ ਕੀ ਹੈ, ਜੀ। ਉਹ ਚੀਜ਼ਾਂ ਦੀ ਪ੍ਰੈਕਟੀਕਲ ਨੌਲੇਜ ਸਾਡੇ ਕੋਲ ਜਿਹੜੀਆਂ ਅਸੀਂ ਸਰਟੀਫਿਕੇਸ਼ਨ ਦੀ ਗੱਲ ਕਰ ਰਹੇ ਨਾ, ਉਹਦੇ ਵਿੱਚ ਤੁਹਾਨੂੰ ਦਿੱਤੀਆਂ ਜਾ ਰਹੀਆਂ। ਜੀ। ਹੁਣ ਮੈਂ ਦੱਸਿਆ ਸੀਗਾ ਕਿ ਹੈਕਿੰਗ ਕਿੱਦਾਂ ਕਰ ਲਈ, ਆਪਾਂ ਬਲੌਕ ਕਿੱਦਾਂ ਕਰ ਲਿਆ, ਆਈਪੀ ਕਿੱਦਾਂ ਜਨਰੇਟ ਕਰ ਲਿਆ। ਜੀ। ਕਈਆਂ ਨੂੰ ਪਤਾ ਹੀ ਨਹੀਂ ਆਈਪੀ ਜਨਰੇਟ ਕੀ ਹੈ, ਸੁਣ ਲਓਗੇ ਆਈਪੀ ਪਤਾ ਕੀ ਹੈ, ਉਹ ਬਲੌਕ ਕਿੱਦਾਂ ਕਰ ਲਿਆ, ਉਹਨੇ ਆਇਡੈਂਟੀਫਾਈ ਕਿੱਦਾਂ ਕੀਤਾ, ਉਹ ਕਰ ਲੈਂਦਾ, ਅਸੀਂ ਇਮੇਜਿਨ ਕਰ ਰਹੇ ਹਾਂ। ਬਟ ਐਕਚੁਅਲ ਦੇ ਵਿੱਚ ਕਿੱਦਾਂ ਕੰਪਨੀ ਕਰ ਰਹੀ ਹੈ, ਉਹ ਸਾਡੇ ਕੋਲੋਂ ਪ੍ਰੈਕਟੀਕਲ ਡੈਮੋਨਸਟ੍ਰੇਸ਼ਨ ਆ ਚੀਜ਼ਾਂ ਦੱਸ ਰਹੀਆਂ ਸਾਡੇ ਕੋਲ। ਜਿਹੜੀ ਸਰਟੀਫਿਕੇਸ਼ਨ ਦੀ ਗੱਲ ਹੋ ਰਹੀ ਹੈ, ਜਿਹੜੀ ਮੈਂ ਆਲਟੋ ਪਾਲਟੋ ਦੀ ਗੱਲ ਕੀਤੀ ਹੈ, ਜਾਂ ਮੈਂ ਆਪਣੇ AWS ਦੀ ਗੱਲ ਕਰ ਰਹੇ ਹਾਂ, ਜਾਂ ਕਿਸੇ ਹੋਰ ਦੀ ਗੱਲ ਕਰ ਰਹੇ ਹਾਂ। ਸੋ ਟਾਈਮ ਟੂ ਟਾਈਮ ਸਾਨੂੰ ਇਸ ਚੀਜ਼ ਲਈ ਅਵੇਅਰ ਹੋਣਾ ਪੈਣਾ, ਕਿਉਂਕਿ ਕੰਪਨੀਜ਼ ਨੂੰ ਉਹ ਬੱਚੇ ਚਾਹੀਦੇ ਨੇ ਜਿਹੜੇ ਆਲਰੇਡੀ ਟ੍ਰੇਨਡ ਨੇ। ਉਹਨਾਂ ਤੇ ਜ਼ਿਆਦਾ ਐਫਰਟ, ਉਹ ਤਾਂ ਸਮਝ ਕੇ ਆਉਂਦੇ ਆ ਕਿ ਬੱਚੇ ਬੀਟੈਕ ਕਰਕੇ ਆਇਆ, ਇਹਨੂੰ ਪਤਾ ਹੋਏਗਾ ਜੀ ਉਹ ਸਪੈਸ਼ਲਾਈਜੇਸ਼ਨ। ਸੋ ਉਹੀ ਇੰਡਸਟਰੀ ਦੇ ਵਿੱਚ ਜਿੱਦਾਂ ਮਨਦੀਪ ਹੀ ਸਰ ਨੇ ਦੱਸਿਆ ਨਾ ਕਿ ਇੰਡਸਟਰੀ 'ਚ ਜੋ ਡਿਮਾਂਡ ਹੈ, ਬੱਚੇ ਸੋਚ ਕੇ ਆਉਂਦੇ ਕਿ ਬੱਚੇ ਸਾਡੇ ਪਹਿਲਾਂ ਹੀ ਅਵੇਅਰ ਹੁੰਦੇ ਆ ਜੀ। ਉਹੀ ਅਵੇਅਰਨੈਸ ਨੂੰ ਕਰਨ ਵਾਸਤੇ ਜਦੋਂ ਇੰਡਸਟਰੀ ਦੇ ਵਿੱਚ ਸਕੋਪ ਇਹੀ ਹੈ ਕਿ ਬੱਚਾ ਜਦੋਂ ਕਰਕੇ ਜਾਂਦਾ, ਉਹਨੂੰ ਇਹ ਫੀਲ ਨਹੀਂ ਹੁੰਦਾ ਕਿ ਮੈਂ ਮਾਰਕੀਟ ਦੇ ਵਿੱਚ ਕੀ ਚੱਲ ਰਿਹਾ, ਉਹਨੂੰ ਕਰਨਾ ਕਿੱਦਾਂ ਇੰਪਲੀਮੈਂਟ। ਜੋ ਮਾਰਕੀਟ ਵਿੱਚ ਚੱਲ ਰਿਹਾ ਅਸੀਂ ਪਹਿਲਾਂ ਹੀ ਪੜ੍ਹ ਕੇ ਜਾ ਰਹੇ ਹਾਂ, ਤਾਂ ਕਿ ਬੱਚਾ ਡਾਇਰੈਕਟ ਸਿੱਧੇ ਜਾ ਕੇ ਉੱਥੇ ਪਲੇਸ ਹੋਏਗਾ, ਉਹਨੂੰ ਡਾਇਰੈਕਟਲੀ ਜੌਬ ਮਿਲੇਗੀ ਔਰ ਆਪਣੇ ਆਪ 'ਚੋਂ ਮਾਸਟਰ ਹੋਏਗਾ। ਠੀਕ ਹੈ ਜੀ। ਸੋ ਫਿਊਚਰ ਬਹੁਤ ਬ੍ਰਾਈਟ ਹੈ ਇਸ ਚੀਜ਼ ਦਾ। ਸੋ ਮੈਂ ਡਾਕਟਰ ਅਨੁਰਾਗ ਸ਼ਰਮਾ ਜੀ ਤੋਂ ਇੱਕ ਸਵਾਲ ਪਹਿਲਾਂ ਪੁੱਛ ਲਵਾਂ, ਫਿਰ ਮੈਂ ਤੁਹਾਡੀ ਅਗਲੀ ਗੱਲ ਕੰਟੀਨਿਊ ਕਰਦਾ, ਕਿਉਂਕਿ ਇਸ ਵੇਲੇ ਸਾਰੇ ਕੰਪਿਊਟਰ ਐਕਸਪਰਟ ਬੈਠੇ ਆ ਮੇਰੇ ਨਾਲ। ਸੋ ਤੁਹਾਨੂੰ ਤਾਂ ਸਾਰਾ ਕੁਝ ਪਤਾ ਹੈ ਕਿ IP ਐਡਰੈਸ ਕੀ ਹੁੰਦੇ ਆ, ਲੇਕਿਨ ਇੱਕ ਆਮ ਜਿਹੜਾ ਪਬਲਿਕ ਦੇ ਵਿੱਚੋਂ ਦੇਖ ਰਿਹਾ ਇਸ ਵੇਲੇ ਪ੍ਰੋਗਰਾਮ, ਉਸ ਨੂੰ ਜ਼ਰੂਰ ਤੁਸੀਂ ਸਮਝਾਓ ਕਿ IP ਐਡਰੈਸ ਐਕਚੁਅਲੀ ਹੁੰਦੇ ਕੀ ਆ। ਸਰ ਦੇਖੋ, ਪਹਿਲੀ ਚੀਜ਼, ਦੋ ਤਰ੍ਹਾਂ ਦੇ ਐਡਰੈਸ ਹੁੰਦੇ ਆ। ਜੇ ਮੈਂ ਸਰ ਨੇ ਕੁਐਸਚਨ ਪੁੱਛਿਆ, ਸਰ ਨੇ ਵੀ ਟੈਕਨੀਕਲ ਕੁਐਸਚਨ ਪੁੱਛਿਆ, ਤੇ ਮੈਂ ਇਹਨੂੰ ਥੋੜਾ ਜਿਹਾ ਈਜ਼ੀ ਕਰਕੇ ਸਮਝਾਉਂਗਾ ਤੁਹਾਡੇ ਦਰਸ਼ਕਾਂ ਨੂੰ ਜੀ, ਕਿ ਆਪਾਂ ਹਰ ਜਣੇ ਦਾ ਆਪਣਾ ਇੱਕ ਨਾਮ ਹੁੰਦਾ ਜੀ, ਠੀਕ ਹੈ। ਆਪਾਂ ਜਨਮ ਤੋਂ ਬਾਅਦ ਹਰ ਬੱਚੇ ਦਾ ਇੱਕ ਨਾਮ ਰੱਖਦੇ ਹਾਂ। ਬਿਲਕੁਲ ਜੀ। ਉਹ ਨਾਮ ਇਸ ਲਈ ਰੱਖਿਆ ਜਾਂਦਾ ਕਿ ਆਪਾਂ ਉਹਨੂੰ ਡਿਸਟਿੰਗੁਇਸ਼ ਕਰ ਦਈਏ, ਹਾਂਜੀ, ਪਛਾਣ ਹੋ ਜਾਵੇ। ਕਲਾਸ 'ਚ ਜੇ 50 ਬੱਚੇ ਬੈਠੇ ਆ ਤੇ 50 ਦੇ ਡਿਫਰੈਂਟ ਨਾਮ ਹੈ ਜੀ। ਜੇ ਦੋ ਬੱਚਿਆਂ ਦੇ ਸੇਮ ਨਾਮ ਵੀ ਹੈ ਤੇ ਉਹਨਾਂ ਦੇ ਰੋਲ ਨੰਬਰ ਵੱਖਰੇ ਕਰ ਦਿੰਦੇ। ਬਿਲਕੁਲ ਜੀ। ਤੇ ਦੋ ਤਰ੍ਹਾਂ ਦੇ ਜਿਹੜੇ ਐਡਰੈਸਿਸ ਹੁੰਦੇ ਆ, ਇੱਕ ਹੁੰਦਾ ਮੈਕ ਐਡਰੈਸ ਜਿਹਨੂੰ ਆਪਾਂ ਫਿਜ਼ੀਕਲ ਐਡਰੈਸ ਵੀ ਕਹਿੰਦੇ ਆ, ਇੱਕ ਹੁੰਦਾ IP ਐਡਰੈਸ ਜਿਹਨੂੰ ਲੌਜੀਕਲ ਐਡਰੈਸ ਕਰਦੇ ਜੀ। ਤੇ ਇੰਟਰਨੈਟ ਦੇ ਉੱਪਰ ਜੀ ਹਰ ਕਿਸੇ ਡਿਵਾਈਸ ਦਾ ਇੱਕ ਆਪਣਾ ਨਾਮ ਹੁੰਦਾ ਜਿਹਨੂੰ ਆਪਾਂ IP ਐਡਰੈਸ ਕਹਿੰਦੇ ਆ। ਬਿਲਕੁਲ ਜੀ। ਠੀਕ ਹੈ। ਤੇ ਜਿੱਦਾਂ ਮੈਕ ਐਡਰੈਸ ਦੀ ਮੈਂ ਗੱਲ ਕੀਤੀ, ਜਿੱਦਾਂ ਆਪਣੇ ਮੋਬਾਈਲ ਫੋਨ ਹੈ, ਜਿਹਦਾ IMEI ਨੰਬਰ ਹੁੰਦਾ ਜੀ, ਉਹ ਹਾਰਡਵੇਅਰ ਐਡਰੈਸ ਹੈ ਜੀ। ਤੇ IP ਐਡਰੈਸ ਜਿਹੜਾ ਉਹਦਾ ਇੱਕ ਸੌਫਟਵੇਅਰ ਐਡਰੈਸ ਆਪਾਂ ਉਹਨੂੰ ਕਹਿ ਸਕਦੇ ਹਾਂ, ਇੱਕ ਲੌਜੀਕਲ ਐਡਰੈਸ ਹੁੰਦਾ ਹੈ। ਬਿਲਕੁਲ ਜੀ। ਜਿਹਦੇ ਨਾਲ ਇੰਟਰਨੈਟ ਤੇ ਇਹ ਫਾਈਂਡ ਆਊਟ ਕੀਤਾ ਜਾਂਦਾ ਹੈ ਕਿ ਕਿਹੜਾ ਡਿਵਾਈਸ ਕਿੱਥੇ ਪਿਆ ਜੀ। ਤੇ ਯੂਨੀਕ ਆਇਡੈਂਟੀਫਾਇਰ ਹੈ। ਜਨਰਲੀ ਅੱਜ ਕੱਲ੍ਹ ਆਪਾਂ IPv4 ਦੀ ਗੱਲ ਕਰਦੇ ਹਾਂ, ਇੱਕ 32 ਬਿਟ ਦਾ ਹੁੰਦਾ ਹੈ। ਬਿਲਕੁਲ ਜੀ। ਅੱਜ ਕੱਲ੍ਹ ਦੇ ਜ਼ਮਾਨੇ 'ਚ ਇੱਕ IPv6 ਵੀ ਆ ਗਿਆ ਹੈ, ਕਿਉਂਕਿ IPv4 ਖਤਮ ਹੋ ਗਏ ਸੀ। ਉਹ 128 ਬਿਟ ਦਾ ਐਡਰੈਸ ਹੈ ਜੀ। ਇਹ ਕੁਝ ਨਹੀਂ ਹੈ, ਇੱਕ ਨਾਮ ਹੈ ਜਿਸ ਤੋਂ ਰਿਕਗਨਾਈਜ਼ ਕੀਤਾ ਜਾਂਦਾ ਹੈ ਕਿ ਕਿਹੜਾ ਡਿਵਾਈਸ ਕਿੱਥੇ ਹੈ, ਯੂਨੀਕਲੀ ਆਇਡੈਂਟੀਫਾਇਰ ਹੈ ਇੱਕ ਤਰ੍ਹਾਂ। ਬਿਲਕੁਲ ਜੀ, ਬਿਲਕੁਲ। ਇਹਨੂੰ ਇਸੇ ਗੱਲ ਨੂੰ ਅਸੀਂ ਥੋੜ੍ਹਾ ਜਿਹਾ ਹੋਰ ਖੋਲ੍ਹ ਦਈਏ ਕਿ ਜਿਸ ਤਰ੍ਹਾਂ ਕਈ ਲੋਕ ਕੁਛ ਨਾ ਕੁਛ ਕ੍ਰਾਈਮ ਕਰ ਲੈਂਦੇ ਆ ਇੱਕ ਜਗ੍ਹਾ ਤੋਂ। ਸੋ ਇਸੇ ਤਰ੍ਹਾਂ ਜਿਹੜੀ ਪੁਲਿਸ ਵਗੈਰਾ ਹੈ ਉਹ ਦੇਖਦੀ ਹੈ ਕਿ ਕਿਹੜੀ ਜਗ੍ਹਾ ਤੋਂ ਕਿਹੜਾ IP ਐਡਰੈਸ ਯੂਜ਼ ਹੋਇਆ,
ਉਹ ਫੜਨ ਦੇ ਵਿੱਚ ਉਹਨਾਂ ਨੂੰ ਕਾਫੀ ਮਦਦ ਮਿਲ ਜਾਂਦੀ ਹੈ। ਲੋਕੇਸ਼ਨ ਇਹਦੇ ਵੀ ਵਿੱਚ ਟ੍ਰੇਸ ਇੱਕ ਕੀਤੀ ਟਰਮ ਯੂਜ਼ ਹੁੰਦੀ ਹੈ ਆਈਪੀ ਸਪੂਫਿੰਗ ਜੀ ਕਿਉਂਕਿ ਆਈਪੀ ਨੂੰ ਚੇਂਜ ਕਰਨਾ, ਜਿੱਦਾਂ ਕਿ ਜਿਹੜੇ ਹੈਕਰਸ ਹੁੰਦੇ ਨੇ ਉਹ ਆਈਪੀ ਸਪੂਫਿੰਗ ਦੇ ਨਾਲ ਕੀ ਕਰਦੇ ਆ, ਕਿਉਂਕਿ ਜਦ ਦਾ ਸਰ ਨੇ ਦੱਸਿਆ ਨਾ ਕਿ ਤੁਹਾਡੇ ਸਿਸਟਮ ਦਾ ਇੱਕ ਐਡਰੈਸ ਹੈ, ਬਿਲਕੁਲ ਜੀ। ਕਈ ਵਾਰੀ ਕੋਈ ਥ੍ਰੈਟ ਭੇਜ ਦਿੰਦਾ, ਉਹ ਪਤਾ ਕਰਨਾ ਹੁੰਦਾ ਕਿ ਕਿਸ ਬੰਦੇ ਨੇ ਭੇਜਿਆ, ਜੀ। ਤੁਸੀਂ ਕਿਸੇ ਸਾਈਬਰ ਤੋਂ ਉਹ ਆਇਡੈਂਟੀਫਾਈ ਹੋ ਜਾਂਦਾ ਕਿ ਨੈਟਵਰਕ ਕੀ ਹੈ, ਕਿੱਥੇ ਸੀ ਤੇ ਕਿੱਥੇ ਨਹੀਂ ਹੈ। ਬਿਲਕੁਲ ਇਹਦੇ ਵਿੱਚ ਇੱਕ ਅਟੈਕ ਹੁੰਦਾ, ਅਟੈਕ ਮੈਂ ਤੁਹਾਨੂੰ ਇੱਕ ਪਹਿਲਾਂ ਵੀ ਦੱਸਿਆ ਸੋਸ਼ਲ ਹਾਂਜੀ। ਇੰਜੀਨੀਅਰਿੰਗ ਵਾਲਾ, ਇੱਕ ਇਹਦੇ ਵਿੱਚ ਇੱਕ ਹੁੰਦੀ ਆਈਪੀ ਜੀ। ਸਪੂਫਿੰਗ। ਆਈਪੀ ਸਪੂਫਿੰਗ ਕੀ ਕਰਦਾ ਕਿ ਜਿਹੜਾ ਮੇਰਾ ਆਈਪੀ ਹੈ ਨਾ, ਜਦੋਂ ਨੈਟਵਰਕ ਤੇ ਜਾਏਗਾ ਉਹਦਾ ਆਈਪੀ ਚੇਂਜ ਕਰ ਦਿੰਦਾ। ਹਾਂ, ਮੈਂ ਇਹੀ ਕਹਿਣ ਲੱਗਾ ਸੀ ਆਈਪੀ ਸਪੂਫਿੰਗ ਦੇ ਨਾਲ, ਬਿਲਕੁਲ ਜੀ, ਤਾਂ ਕਿ ਬਿਲਕੁਲ। ਤੁਸੀਂ ਸਹੀ ਐਡਰੈਸ ਤੇ ਪਹੁੰਚ ਹੀ ਨਾ ਪਾਓ, ਪਰ ਬਿਲਕੁਲ ਉਹਨੂੰ ਜੀ। ਫੜਨ ਦਾ ਤਰੀਕਾ ਕਿੱਦਾਂ, ਪ੍ਰੈਕਟੀਕਲੀ ਕਿੱਦਾਂ, ਜੀ। ਉਹ ਸਾਰੀਆਂ ਚੀਜ਼ਾਂ ਇੰਪਲੀਮੈਂਟੇਸ਼ਨ। ਹਾਂ, ਜਿੱਦਾਂ ਇਸ ਵੇਲੇ ਆਪਾਂ ਗੱਲ ਕਰਦੇ ਹਾਂ ਕਿ ਕੋਈ ਪੰਜਾਬ ਦੇ ਵਿੱਚ ਬੈਠਾ, ਦਿੱਲੀ ਵਾਲੇ ਦਾ ਆਈਪੀ ਐਡਰੈਸ ਹੋਰ ਹੋਏਗਾ, ਲੇਕਿਨ ਪੰਜਾਬ ਵਿੱਚ ਬੈਠਾ ਬੰਦਾ ਜਿਹੜਾ ਉਹ ਦਿੱਲੀ ਵਾਲਾ ਆਈਪੀ ਐਡਰੈਸ ਯੂਜ਼ ਕਰ ਸਕਦਾ। ਇਹ ਵੀ ਟੈਕਨੀਕ ਹੈ, ਇਹ ਵੀ ਟੈਕਨੀਕ, ਠੀਕ ਹੈ ਨਾ। ਸੋ ਕੁਝ ਹੋਰ ਮਨਦੀਪ ਜੀ ਆਪਣੇ ਕੁਝ ਨਾ ਕੁਝ ਕਹਿਣਗੇ ਵੀ ਕਿਉਂਕਿ ਬਹੁਤ ਅੱਛਾ ਤੁਸੀਂ ਨੌਲੇਜ ਵਾਲੀਆਂ ਗੱਲਾਂ ਦੱਸੀਆਂ ਆਮ ਲੋਕਾਂ ਵਾਸਤੇ। ਹਾਂਜੀ ਸਰ। ਤਾਂ ਅਸੀਂ ਚਾਹੁੰਦੇ ਹਾਂ ਕਿ ਥੋੜਾ ਜਿਹਾ ਹੋਰ ਦਰਸ਼ਕਾਂ ਨੂੰ ਜ਼ਰੂਰ ਦੱਸੋ ਕਿ ਤੁਹਾਡੀ ਜਿਹੜੀ ਫੀਲਡ ਹੈ ਪ੍ਰੋਗਰਾਮਿੰਗ ਦੇ ਉੱਤੇ ਵੀ ਆਪਾਂ ਗੱਲਬਾਤ ਕੀਤੀ ਆ। ਹਾਂਜੀ ਸਰ। ਤਾਂ ਇੱਕ ਆਮ ਜਿਹੜਾ ਨਵਾਂ ਬੰਦਾ, ਜਿਹੜਾ ਬੱਚਾ ਪੜ੍ਹ ਰਿਹਾ, ਉਹਨੂੰ ਤਾਂ ਕਾਫੀ ਕੁਝ ਪਤਾ ਚਲੋ ਪ੍ਰੋਗਰਾਮਿੰਗ ਵਗੈਰਾ ਦੇ ਬਾਰੇ। ਇੱਕ ਬਿਲਕੁਲ ਨਵਾਂ ਬੰਦਾ, ਉਹਦਾ ਹੋਰ ਕਿਸ ਤਰ੍ਹਾਂ ਇੰਟਰਸਟ ਜਿਹੜਾ ਕ੍ਰੀਏਟ ਹੁੰਦਾ ਪ੍ਰੋਗਰਾਮਿੰਗ ਦੇ ਵਿੱਚ? ਓਕੇ, ਇੰਟਰਸਟ ਦਾ ਮੈਂ ਦੱਸਦਾ ਕਿ ਜਿੱਦਾਂ ਹੁਣੇ ਰੀਸੈਂਟਲੀ ਜਿੱਦਾਂ ਸਾਰੇ ਬੜੇ ਇੱਕ ਗੰਭੀਰ ਸਿਚੁਏਸ਼ਨ ਤੋਂ ਨਿਕਲਦੇ ਪਏ ਆ, ਕੋਵਿਡ ਵਾਲੀ ਜਿੱਦਾਂ ਬਿਲਕੁਲ ਜੀ, situation ਬਿਲਕੁਲ ਆਪਣੀ ਹੈਗੀ ਆ, ਜੀ। ਉਹਦੇ ਵਿੱਚ ਆਪਣੀ ਇਲੈਕਟ੍ਰੋਨਿਕਸ ਜਿਹੜੀ ਹੈਗੀ ਆ ਉਹਨੇ ਕਾਫੀ ਨਾ ਇੰਪੋਰਟੈਂਟ ਰੋਲ ਪਲੇ ਕੀਤਾ। ਜਿਸ ਤਰ੍ਹਾਂ ਅੱਜ ਕੱਲ ਆਮ ਜ਼ੂਮ ਵਗੈਰਾ ਤੇ ਮੀਟਿੰਗਾਂ ਹੋਣ ਲੱਗ ਪਈਆਂ, ਸਾਰਾ ਕੁਝ ਇਹ ਆ। ਜੀ। ਨੋ ਡਾਊਟ ਕਿ ਜੋ ਆਪਾਂ ਸਾਰੇ ਇੰਟਰਲਿੰਕਡ ਨੇ ਆਪਸ ਵਿੱਚ ਜੀ। ਬਟ ਜੇ ਸਿੰਪਲ ਆਪਾਂ ਗੱਲ ਕਰੀ, ਜੇ ਸਾਡੇ ਕੋਲ ਮੋਬਾਈਲ ਨਾ ਹੋਵੇ, ਜੀ। ਜੇ ਸਾਡੇ ਕੋਲ ਲੈਪਟਾਪ ਨਾ ਹੋਵੇ, ਜੀ। ਜੇ ਇਲੈਕਟ੍ਰੋਨਿਕ ਡਿਵਾਈਸ ਨਾ ਹੋਵੇ, ਤੇ ਬਿਲਕੁਲ ਜੀ। ਆਪਾਂ ਇੱਕ ਕੁਛ ਨਹੀਂ ਕਰ ਸਕਦੇ। ਡਿਸਕਨੈਕਟਡ ਹੋ ਜਾਵਾਂਗੇ। ਬਿਲਕੁਲ ਜੀ, ਠੀਕ ਹੈ ਬਿਲਕੁਲ। ਸੈਕੰਡ ਥਿੰਗ ਇਹ ਆ ਕਿ ਜਦੋਂ ਵੀ ਕੋਈ ਬੱਚਾ ਪੜ੍ਹਦਾ ਆ, ਜੀ। ਉਹ ਆਪਣੇ ਫਿਊਚਰ ਨੂੰ ਲੈ ਕੇ ਬਹੁਤ ਵਰੀ ਹੁੰਦਾ ਹੈ ਕਿ ਮੈਂ ਕੱਲ ਨੌਕਰੀ ਵੀ ਕਰਨੀ ਆ। ਓਬਵੀਅਸਲੀ ਪੜ੍ਹਾਈਆਂ ਅੱਜ ਕੱਲ੍ਹ ਬਹੁਤ ਮਹਿੰਗੀਆਂ ਨੇ, ਜੀ। ਠੀਕ ਹੈ, ਤੇ ਪੇਰੈਂਟਸ ਵੀ ਕਾਫੀ ਮਿਹਨਤ ਕਰਦੇ ਨੇ। ਜੀ। ਜਦੋਂ ਆਪਾਂ ਕੱਲ ਨੂੰ ਜਦੋਂ ਅਸੀਂ ਨੌਕਰੀ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਮੈਂ ਤੁਹਾਨੂੰ ਇੱਕ ਖੁਸ਼ੀ ਦੀ ਗੱਲ ਇਹ ਦੱਸੂਗਾ ਕਿ ਸਾਡੇ ਬੱਚੇ ਜਿਹੜੇ ਹੈਗੇ ਇਲੈਕਟ੍ਰੋਨਿਕਸ ਦੇ, ਜੀ। ਉਹ ਬਹੁਤ ਵਧੀਆ ਜਗ੍ਹਾ ਪਲੇਸਡ ਹੁੰਦੇ ਨੇ। ਉਹਦਾ ਰੀਜ਼ਨ ਕੀ ਨੇ? ਕਿਉਂਕਿ ਇਲੈਕਟ੍ਰੋਨਿਕਸ ਦੀ ਅੱਜ ਕੱਲ੍ਹ ਡਿਮਾਂਡ ਬਹੁਤ ਆ। ਤੁਸੀਂ ਇੱਕ ਵਹੀਕਲ ਤੋਂ ਲੈ ਕੇ ਜਿਹੜੀ ਮਰਜ਼ੀ ਡਿਵਾਈਸ ਦੇਖ ਲਓ, ਆਪਣੇ ਡੇਲੀ ਲਾਈਫ ਵਿੱਚ ਆਪਾਂ ਵਾਚ ਪਾਉਂਦੇ ਆ, ਹਨਾ, ਆਪਣੇ ਕੋਲ ਫੋਨਸ ਹੈਗੇ ਨੇ, ਆਪਾਂ ਗੱਡੀ 'ਚ ਆਉਂਦੇ ਜਾਂਦੇ ਆ, ਟਰਾਂਸਪੋਰਟ ਆ, ਸਿਗਨਲਸ ਨੇ, ਹਰੇਕ ਜਗ੍ਹਾ ਸਾਡੇ ਇਲੈਕਟ੍ਰੋਨਿਕਸ ਇਕਵਿਪਮੈਂਟਸ ਹੈਗੇ ਆ। ਜੀ। ਠੀਕ ਹੈ ਜੀ। ਤੋ ਇਹ ਬਹੁਤ ਹੀ ਡਿਮਾਂਡਿੰਗ ਫੀਲਡ ਹੈਗੀ ਆ, ਜਿਹਦੇ ਵਿੱਚ ਬੱਚਿਆਂ ਨੂੰ ਬਹੁਤ ਜ਼ਿਆਦਾ ਓਪੋਰਚੁਨਿਟੀਜ਼ ਹੈਗੀਆਂ ਆ। ਜੀ। ਬਟ ਦਾ ਥਿੰਗ ਇਜ਼, ਆਪਾਂ ਪਹਿਲਾਂ ਹੀ ਉਹ ਗੱਲ ਕਹਿ ਰਹੇ ਹਾਂ ਕਿ ਨੌਕਰੀ ਮਿਲਣੀ ਕਿਹਨੂੰ ਆ? ਜੀ। ਨੌਕਰੀ ਸਿਰਫ ਉਹਨੂੰ ਮਿਲਣੀ ਆ ਕਿ ਜਿਹੜਾ ਬੱਚਾ ਆਪਣੇ ਸਟੱਡੀ ਲਈ ਸਿੰਸੀਅਰ ਹੈਗਾ, ਜੀ। ਜਿਹੜੇ ਆਪਣੇ ਕੰਮ ਦੇ ਪ੍ਰਤੀ ਸਿੰਸੀਅਰ ਹੈਗਾ, ਉਹ ਬਿਲਕੁਲ ਸਹੀ ਆ। ਜਿਹਨੂੰ ਇਲੈਕਟ੍ਰੋਨਿਕਸ ਦੇ ਬਾਰੇ ਨੌਲੇਜ ਹੈ, ਤੇ ਨੌਲੇਜ ਕਿੱਦਾਂ ਜਨਰੇਟ ਕਰਨੀ ਆ, ਉਹ ਸਿੰਪਲ ਛੋਟੀ ਗੱਲਾਂ ਤੋਂ ਸਟਾਰਟ ਹੋਊਗਾ। ਅਸੀਂ ਹਮੇਸ਼ਾ ਜਦੋਂ ਬੱਚਾ ਫਸਟ ਈਅਰ 'ਚ ਆਉਂਦਾ ਆ, ਜੀ। ਇੱਥੇ ਅਸੀਂ ਮੇਜਰ ਪ੍ਰੋਜੈਕਟ ਕੁਝ ਹੋਰ ਨੇ। ਆਪਾਂ ਫਸਟ ਈਅਰ 'ਚ ਬੱਚੇ ਤੋਂ ਰੋਬੋ ਕਾਰ ਰੇਸ ਬਣਵਾ ਦਿੰਦੇ ਆ, ਜਿਹੜੀ ਰੋਬੋ ਕਾਰ ਨਹੀਂ, ਅੱਛਾ, ਪਹਿਲੇ ਸਾਲ 'ਚ ਪਹਿਲੇ ਸਾਲ ਦੇ ਫਸਟ ਈਅਰ ਦਾ ਬੱਚਾ ਉਹ ਕਰ ਲੈਂਦਾ ਹੈ। ਠੀਕ ਹੈ ਜੀ। ਉੱਥੋਂ ਕੀ ਹੁੰਦਾ ਕਿ ਉਹਨੂੰ ਅਸੈਂਬਲਿੰਗ ਵੀ ਆ ਗਈ ਇਲੈਕਟ੍ਰੋਨਿਕਸ ਕੰਪੋਨੈਂਟ ਦੀ, ਉਹਨੂੰ ਪ੍ਰੋਗਰਾਮਿੰਗ ਵੀ ਬਣਾਉਣੀ ਆ ਗਈ। ਈਵਨ ਕਿ ਜਿਹੜੀ ਉਹ ਕਾਰ ਚਲਾਣੀ, ਉਹਦੀ ਜਿਹੜੀ ਐਪ ਉਹ ਵੀ ਬੱਚਾ ਆਪਣੇ ਫੋਨ 'ਚ ਖੁਦ ਬਣਾਉਂਦਾ ਹੈ। ਅੱਛਾ ਜੀ। ਫਸਟ ਈਅਰ ਦਾ ਬੱਚਾ ਇਹ ਕੰਮ ਕਰਦਾ। ਠੀਕ ਹੈ ਜੀ। ਤੇ ਇਮੇਜਿਨ ਕਰੋ ਕਿ ਫੋਰਥ ਈਅਰ ਦਾ ਬੱਚਾ ਕੀ ਕਰੂਗਾ ਜਦੋਂ ਉਹਨੂੰ ਫਸਟ ਈਅਰ 'ਚ ਇੰਨਾ ਐਕਸਪੋਜ਼ਰ ਮਿਲ ਜਾਂਦਾ ਆ, ਫੋਰਥ ਈਅਰ ਤੱਕ। ਇਹ ਆਪਣੇ ਅੰਦਰ ਇੱਕ ਬੱਚੇ ਦੀ ਭੁੱਖ ਆ ਗਈ, ਉਹਨੇ ਕਿੰਨੀ ਆਪਣੀ ਹੰਗਰ ਜਗਾਣੀ। ਜੀ। ਠੀਕ ਹੈ ਜੀ। ਪਲੇਟਫਾਰਮ ਸਾਡੇ ਕੋਲ ਸਾਰੇ ਅਵੇਲੇਬਲ ਨੇ ਜੀ। ਬੱਚਾ ਜੋ ਵੀ ਕਰਨਾ ਚਾਹੁੰਦਾ, ਅਸੀਂ ਉਹਨੂੰ ਸਾਰਾ ਕੁਝ ਕਰਦੇ। ਈਵਨ ਕਿ ਤੁਸੀਂ, ਮੈਂ ਤੁਹਾਨੂੰ ਇੱਕ ਚ ਹੋਰ ਐਡ ਕਰਦਾ ਕਿ ਸਾਡੀ ਜਿਹੜੀ ਯੂਨੀਵਰਸਿਟੀ ਆ, ਅਸੀਂ ਰਿਸਰਚ ਵਿੱਚ ਵੀ ਬੜਾ ਇੰਡਲਜ ਹੈਗੇ ਜੀ। ਸਾਡੇ ਹਰੇਕ ਜਿਹੜੇ ਟੀਚਰ ਹੈਗੇ ਰਿਸਰਚ ਵਿੱਚ ਹੈਗੇ ਆ, ਤੇ ਅਸੀਂ ਈਵਨ ਕਿ ਬੱਚਿਆਂ ਨੂੰ, ਬੀਟੈਕ ਦੇ ਬੱਚਿਆਂ ਨੂੰ ਅਸੀਂ ਫੋਰਨ ਇੰਟਰਨੈਸ਼ਨਲ ਕਾਨਫਰੰਸ ਦਾ ਲਈ ਵੀ ਅਸੀਂ ਲੈ ਕੇ ਗਏ ਜੀ। ਪਿੱਛੇ ਵੀ ਲੈ ਕੇ ਗਏ ਸੀ। ਤਾਂ ਕਰਕੇ ਅਸੀਂ ਬੱਚਿਆਂ ਨੂੰ ਹਰੇਕ ਪਲੇਟਫਾਰਮ ਨੈਸ਼ਨਲੀ ਤੇ ਇੰਟਰਨੈਸ਼ਨਲੀ ਪ੍ਰੋਵਾਈਡ ਕਰਦੇ ਆ, ਤਾਂ ਕਿ ਬੱਚਾ ਕੱਲ ਨੂੰ ਕਿਸੇ ਵੀ ਫੀਲਡ 'ਚ ਉਹਦਾ ਕੋਈ ਨੁਕਸਾਨ ਨਾ ਹੋਵੇ ਜੀ। ਠੀਕ ਹੈ ਜੀ। ਤੇ ਇਹਦੇ ਐਡ ਆਨ ਦੇ ਨਾਲ ਬੱਚਿਆਂ ਦਾ ਇੰਟਰਸਟ ਕਿੱਦਾਂ ਬਣਾਉਣਾ ਆ? ਬੱਚਾ ਇੰਟਰਸਟ ਇੱਦਾਂ ਬਣਾਉਣਾ ਕਿ ਉਹਨੂੰ ਇੱਕ ਕੁਐਸਚਨ ਦਾ ਜਵਾਬ ਦੇ ਕੇ ਉਹਦੇ ਮੂਹਰੇ ਦੂਜਾ ਕੁਐਸਚਨ ਰੱਖ ਦਿਓ ਜੀ, ਤਾਂ ਕਿ ਉਹ ਅਗਲੀ ਵਾਰ ਉਹਦਾ ਆਨਸਰ ਪੁੱਛੇ, ਉਹਦੇ ਮੂਹਰੇ ਫੇਰ ਇੱਕ ਕੁਐਸਚਨ ਰੱਖ। ਠੀਕ ਹੈ ਜੀ। ਠੀਕ ਹੈ ਜੀ। ਐਦਾਂ ਅਸੀਂ ਬੱਚਿਆਂ ਦਾ ਇੰਟਰਸਟ ਬਣਾਉਂਦੇ ਆ, ਤੇ ਇਹ ਕਾਫੀ ਕਾਰਗਰ। ਬਹੁਤ ਵਧੀਆ ਗੱਲਬਾਤ ਤੁਸੀਂ ਦੱਸੀ ਮਨਦੀਪ ਜੀ, ਕਿ ਬੱਚਿਆਂ ਦਾ ਇੰਟਰਸਟ ਸਭ ਤੋਂ ਪਹਿਲਾਂ ਬਣਾਉਣਾ ਬਹੁਤ ਹੀ ਟਫ ਵੀ ਹੁੰਦਾ, ਲੇਕਿਨ ਜਿਸ ਤਰ੍ਹਾਂ ਤੁਸੀਂ ਕਾਰ ਦੀ ਗੱਲਬਾਤ ਦੱਸੀ ਕਿ ਪਹਿਲੇ ਸਾਲ ਦੇ ਵਿੱਚ ਹੀ ਉਹ ਬੱਚਾ ਕਾਰ ਨੂੰ ਮਤਲਬ ਚਲਾ ਵੀ ਲੈਂਦਾ, ਤਾਂ ਉਹਦੀ ਪ੍ਰੋਗਰਾਮਿੰਗ ਵੀ ਖੁਦ ਐਪ ਦੇ ਥਰੂ ਕਰ ਲੈਂਦਾ ਹੈਗਾ। ਬਹੁਤ ਵਧੀਆ ਗੱਲ ਹੈ ਕਿ ਪਹਿਲੇ ਸਾਲ ਦੇ ਵਿੱਚ ਇੰਨਾ ਕਰ ਲੈਂਦਾ, ਲੇਕਿਨ ਜਿਸਲੇ ਉਹਦੀ ਡਿਗਰੀ ਪੂਰੀ ਹੁੰਦੀ 4 ਸਾਲ ਬਾਅਦ, ਤਾਂ ਫਿਰ ਉਹ ਕੀ ਕੁਝ ਕਰਦਾ ਹੋਵੇਗਾ। ਸੋ ਮੈਂ ਡਾਕਟਰ ਅਨੁਰਾਗ ਸ਼ਰਮਾ ਜੀ ਨੂੰ ਪੁੱਛਾਂਗਾ ਕਿ ਕੁਛ ਨਾ ਕੁਛ ਹੋਰ ਤੁਹਾਡੇ ਦਿਲ ਦੇ ਵਿੱਚ ਹੋਰ ਜ਼ਰੂਰ ਗੱਲਬਾਤ ਹੋਏਗੀ ਜਿਹੜੀ ਸਾਡੇ ਦਰਸ਼ਕਾਂ ਨੂੰ। ਤੁਹਾਡੇ ਸਾਰੇ ਦਰਸ਼ਕਾਂ ਨੂੰ ਦੱਸਦਾ ਕਿ ਲਾਈਕ
GNA ਯੂਨੀਵਰਸਿਟੀ 'ਚ ਕੁਆਲਿਟੀ ਐਜੂਕੇਸ਼ਨ ਦਿੱਤੀ ਜਾਂਦੀ ਹੈ ਅਫੋਰਡੇਬਲ ਪ੍ਰਾਈਸਿਸ। ਸਾਡੀਆਂ ਕਈ ਸਕਾਲਰਸ਼ਿਪਸ ਅਵੇਲੇਬਲ ਹੈ, ਜੀ। ਮੈਰੀਟੋਰੀਅਸ ਸਟੂਡੈਂਟਸ ਲਈ ਅਵੇਲੇਬਲ ਹੁੰਦੀਆਂ ਕਿ ਬੱਚੇ ਆਉਣ, ਚੰਗੇ ਬੱਚੇ ਆਉਣ, ਉਹਨਾਂ ਨੂੰ ਅਸੀਂ ਸਕਿੱਲਸ ਦਈਏ, ਕਿਉਂਕਿ ਅੱਜ ਦਾ ਜ਼ਮਾਨਾ ਜਿਹੜਾ ਉਹ ਸਕਿੱਲ ਦਾ ਜੀ। ਜੇ ਅਸੀਂ ਕਵਾਂਗੇ ਕਿ ਉਹਨੇ ਪੜ੍ਹਾਈ ਨੰਬਰ ਲੈ ਕੇ ਇੰਨੇ ਨੰਬਰ ਲੈ ਕੇ ਪਾਸ ਕਰ ਲਈ, ਉਹਦਾ ਜ਼ਮਾਨਾ ਨਹੀਂ ਹੈ ਜੀ। ਜੇ ਤੁਹਾਨੂੰ ਹੱਥੀਂ ਕੰਮ ਕਰਨਾ ਆਉਂਦਾ ਹੈ ਤਾਂ ਜੀ। ਤੁਹਾਡੀ ਮਾਰਕੀਟ ਵੈਲਿਊ ਹੈ। ਜੀ। ਤੇ ਇਸੇ ਲਈ ਅੱਜ ਸਾਰੇ ਬੈਠੇ ਹਾਂ ਅਸੀਂ, ਸਾਰੇ ਜਿੰਨੇ ਵੀ ਫੈਕਲਟੀ ਹੈ। ਦੇਖੋ ਕਿਸੇ ਵੀ ਇੰਸਟੀਟਿਊਸ਼ਨ ਕੋ 2-3 ਚੀਜ਼ਾਂ ਜਿਹੜੀਆਂ ਉਹ ਜ਼ਰੂਰੀ ਹੋਣੀਆਂ ਚਾਹੀਦੀਆਂ ਜੀ। ਇੱਕ ਚੰਗੀ ਫੈਕਲਟੀ, ਐਕਸਪੀਰੀਅੰਸਡ ਫੈਕਲਟੀ, ਜੀ। ਅੱਜ ਦੀ ਡੇਟ 'ਚ ਹੋਣੀ ਚਾਹੀਦੀ ਹੈ ਸਰਟੀਫਾਈਡ ਵੀ, ਬਿਲਕੁਲ ਜੀ। ਕਿ ਜੇ ਅਸੀਂ ਖੁਦ ਸਰਟੀਫਾਈਡ ਹਾਂ ਤਾਂ ਬੱਚਿਆਂ ਨੂੰ ਅਸੀਂ ਅਲੱਗ-ਅਲੱਗ ਚੀਜ਼ਾਂ ਵੀ ਕਰਾਵਾਂਗੇ। ਬਿਲਕੁਲ ਜੀ, ਮੇਰੇ ਕੋਲ ਤਾਂ ਸਾਰੇ ਸਰਟੀਫਾਈਡ ਬੈਠੇ ਹਨ ਇਸ ਵੇਲੇ, ਬੜੀ ਖੁਸ਼ੀ ਦੀ ਦੇਖੋ ਗੱਲ ਸਰ, ਹੈ ਇਹ ਨੀਡ ਆਫ ਐਨ ਆਰ ਹੈ ਜੀ। ਕਿ ਜੇ ਅਸੀਂ ਟੀਚਰ ਆਪਣੇ ਆਪ ਨੂੰ ਅਪਗ੍ਰੇਡ ਨਹੀਂ ਕਰੂਗਾ ਤਾਂ ਸਟੂਡੈਂਟ ਨੂੰ ਕਿੱਦਾਂ ਅਪਗ੍ਰੇਡ ਕਰਾਂਗੇ? ਫਿਰ ਤਾਂ ਬਿਲਕੁਲ ਅਸੀਂ ਉਹ ਟ੍ਰੈਡੀਸ਼ਨਲ ਜ਼ਮਾਨੇ ਨਾਲ ਹੀ ਪੜਾਵਾਂਗੇ। ਬਿਲਕੁਲ ਜੀ, ਤੇ ਬਿਲਕੁਲ ਸਾਡੇ ਕੋਲ ਜਿੱਦਾਂ ਅਸੀਂ ਪ੍ਰਾਊਡਲੀ ਕਹਿੰਦੇ ਆ ਕਿ ਸਾਡੇ ਕੋਲ ਪੰਜਾਬ ਦੀ ਫਰਸਟ AWS ਅਕੈਡਮੀ ਹੈ, ਜੀ। ਜਿਹਦੇ 'ਚ ਆਪਾਂ 50 ਬੱਚੇ ਫਰਸਟ ਬੈਚ ਟ੍ਰੇਨ ਕਰ ਰਹੇ ਹਾਂ ਜੀ। ਔਰ ਬੱਚਿਆਂ ਨੂੰ ਹੁਣੇ ਤੋਂ ਆਫਰ ਵੀ ਆਉਣੇ ਸ਼ੁਰੂ ਹੋ ਗਏ ਕਿ ਜੇ ਤੁਸੀਂ ਆਹ ਕਲੀਅਰ ਕਰ ਲਓਗੇ ਜੀ। ਤੇ ਤੁਹਾਨੂੰ ਇਨੀਸ਼ੀਅਲੀ ਚੌਥੇ ਪੰਜਵੇਂ ਸਮੈਸਟਰ 'ਚ ਹੀ ਫॉर Play- ਐਗਜ਼ਾਮਪਲ ਇੰਨੇ ਪੈਕੇਜ ਤੇ ਅਸੀਂ ਪਲੇਸ ਕਰ ਦਾਂਗੇ। ਜੀ। ਤੇ ਇਸੇ ਤਰ੍ਹਾਂ ਸਾਈਬਰ ਸਿਕਿਉਰਿਟੀ ਦਾ ਰਜੇਸ਼ ਸਰ ਨੇ ਦੱਸਿਆ ਕਿ ਪਾਲੋ ਆਲਟੋ ਦੇ ਅੰਡਰ ਹੈ, EC ਕਾਉਂਸਲ ਨਾਲ ਸਾਡੀ ਹੈਗੀ ਹੈ, ਜੀ। ਜਾਂ ਮਾਈਕਰੋਚਿਪ ਨਾਲ। ਪਰਪਸ ਸਿਰਫ ਇੱਕ ਹੈ, ਬੱਚਿਆਂ ਨੂੰ ਅਸੀਂ ਸਰਟੀਫਿਕੇਸ਼ਨ ਕਰਾਈਏ, ਅਸੀਂ ਇੰਡਸਟਰੀ ਦਾ ਤੇ ਅਕੈਡਮੀਆਂ ਦਾ ਗੈਪ ਖਤਮ ਕਰੀਏ, ਜੀ। ਤਾਂ ਕਿ ਜਿਹੜਾ ਬੱਚਾ ਇੱਥੋਂ ਜਾਵੇ ਉਹ ਸਿੱਧੇ ਇੰਡਸਟਰੀ 'ਚ ਜਾ ਕੇ ਜੌਬ ਲੈਣ ਲਈ ਹੋਵੇ ਜਾਂ ਐਂਟਰਪ੍ਰੇਨਰ ਹੋ ਜਾਏ, ਜਾਂ ਅੱਜ ਕੱਲ੍ਹ ਬੱਚਾ ਟ੍ਰੈਂਡ ਹੈ ਕਿ ਫ੍ਰੀਲਾਂਸਿੰਗ ਦਾ। ਜੀ। ਤੇ ਜੇ ਸਕਿੱਲ ਆ ਰਹੀ ਹੈ ਬੱਚਿਆਂ ਨੂੰ, ਉਹ ਕੁਝ ਵੀ ਕਰ ਸਕਦੇ ਆ, ਸਰਕਾਰੀ ਨੌਕਰੀ ਕਰ ਸਕਦੇ ਆ, ਪ੍ਰਾਈਵੇਟ ਨੌਕਰੀ ਕਰ ਸਕਦੇ ਆ। ਜੀ। ਬੱਚਿਆਂ 'ਚ ਸਕਿੱਲ ਪਾਓ ਸਿਰਫ, ਹੈ। ਬਾਕੀ ਜੌਬਸ ਦੀ, ਫ੍ਰੀਲਾਂਸਿੰਗ ਦੀ ਟੈਨਸ਼ਨ ਉਹ ਆਪਣੇ ਆਪ ਲੈ ਲੈਂਦੇ ਆ। ਬਿਲਕੁਲ ਜੀ, ਬਿਲਕੁਲ। ਹਾਂਜੀ। ਔਰ ਮੇਨ ਗੱਲ ਹੈ ਸਰ ਇਹਦੇ ਵਿੱਚ ਕਿ ਜਿਹੜੇ ਸਰਟੀਫਿਕੇਸ਼ਨ ਪ੍ਰੋਵਾਈਡ ਕਰ ਰਹੇ ਹਾਂ ਜੀ। ਅਸੀਂ, ਉਹ ਬੱਚਿਆਂ ਲਈ ਫ੍ਰੀ ਆਫ ਕਾਸਟ ਹੈ। ਅੱਛਾ ਜੀ। ਉਹਦੇ ਲਈ ਸਾਰੇ ਕੋਈ ਮਤਲਬ ਚਾਰजेस extra ਨਹੀਂ, charges ਕੋਈ ਨਹੀਂ ਹੈ। ਐਕਸਟਰਾ ਚਾਰजेस ਨਹੀਂ ਹੈ। ਐਕਸਟਰਾ ਕਲਾਸਿਸ ਲੈ ਰਹੇ ਹਾਂ ਆਪਾਂ even ਬੱਚਿਆਂ ਦੀਆਂ। ਸੋ ਦਰਸ਼ਕੋ, ਕਿ ਸੋਚ ਕੇ ਰਹੇ ਤੁਸੀਂ ਵੱਧ ਤੋਂ ਵੱਧ ਇਸ ਚੀਜ਼ ਦਾ ਫਾਇਦਾ ਉਠਾਓ, ਕਿਉਂਕਿ ਇਹਨਾਂ ਦੇ ਕੋਲ ਇੰਡਸਟਰੀ ਵੀ ਆਪਣੀ ਹੈ ਔਰ ਯੂਨੀਵਰਸਿਟੀ ਵੀ ਆਪਣੀ ਹੈ। ਨਹੀਂ ਤਾਂ ਆਮ ਤੌਰ ਤੇ ਯੂਨੀਵਰਸਿਟੀਆਂ ਹੁੰਦੀਆਂ, ਲੇਕਿਨ ਇੰਡਸਟਰੀ ਵਾਸਤੇ ਬਾਹਰ ਕਿਤੇ ਨਾ ਕਿਤੇ ਥੋੜੇ ਟਾਈਮ ਲਈ ਭੇਜਣਾ ਪੈਂਦਾ। ਸੋ GNA ਦੇ ਕੋਲ ਇੰਡਸਟਰੀ ਵੀ ਆਪਣੀ ਹੈ ਔਰ ਯੂਨੀਵਰਸਿਟੀ ਵੀ ਆਪਣੀ ਇੰਡਸਟਰੀ ਹੈ। ਡਰਿਵਨ ਯੂਨੀਵਰਸਿਟੀ ਹੈ। ਬਿਲਕੁਲ ਜੀ, ਬਿਲਕੁਲ। ਸੋ ਮੈਂ ਰਜੇਸ਼ ਜੀ ਹੋਰ ਗੱਲ ਕਰਾਂਗਾ ਕਿ ਅਗਰ ਕੋਈ ਮੇਰੇ ਕੋਲੋਂ ਕੋਈ ਗੱਲ ਰਹਿ ਗਈ ਹੋਵੇ ਤਾਂ ਤੁਸੀਂ ਜ਼ਰੂਰ ਦਰਸ਼ਕਾਂ ਨੂੰ ਖੁਦ ਵੀ ਦੱਸ ਸਕਦੇ ਹੋ। ਤਾਂ ਸਰ ਇਹੀ ਹੈ ਕਿ ਆਪਣਾ ਕਰੀਅਰ ਜਿਹੜਾ ਤੁਸੀਂ ਅੱਗੇ ਬਣਾਉਣਾ ਚਾਹੁੰਦੇ ਹੋ, ਉਹਦੇ ਲਈ ਸਪੈਸ਼ਲਾਈਜੇਸ਼ਨ ਜ਼ਰੂਰ ਆਪਟ ਕਰੋ, ਜੀ। ਕਿਉਂਕਿ ਬੀਟੈਕ ਤਾਂ ਸਾਰੇ ਹੀ ਕਰ ਰਹੇ ਨੇ ਫਿਰ ਉਹੀ ਤੋਂ। ਜੀ। ਪਰ ਜਦ ਤੱਕ ਤੁਸੀਂ ਆਪਣੀ ਕਿਸੇ ਵੀ ਇੱਕ ਫੀਲਡ ਦੇ ਵਿੱਚ ਮਾਸਟਰ ਨਹੀਂ ਹੋ, ਬਿਲਕੁਲ ਜੀ। ਤੇ ਤੁਹਾਡੇ ਲਈ ਸਰਵਾਈਵ ਕਰਨਾ ਬਹੁਤ ਮੁਸ਼ਕਿਲ ਹੈ। ਬਿਲਕੁਲ ਹਰ ਸਾਲ ਲੱਖਾਂ ਸਟੂਡੈਂਟ ਬੀਟੈਕ ਦੇ ਅਲੱਗ-ਅਲੱਗ ਸਟਰੀਮ ਦੇ ਵਿੱਚ ਪਾਸ ਹੋ ਕੇ ਜਾਂਦੇ। ਤੁਹਾਡਾ ਕੰਪੀਟੀਸ਼ਨ ਉਹ ਸਾਰਿਆਂ ਦੇ ਨਾਲ ਹੈ। ਜੀ। ਆਪਣੇ ਆਪ ਨੂੰ ਅਗਰ ਤੁਸੀਂ ਯੂਨੀਕ ਦੱਸਣਾ ਵਾ ਕਿ ਮੈਂ ਹੈ, ਤੇ ਤੁਹਾਨੂੰ ਕਿਸੇ ਨਾ ਇੱਕ ਆਪਣੀ ਇੱਕ ਸਪੈਸ਼ਲਾਈਜੇਸ਼ਨ ਤੇ ਆਪਟ ਕਰੋ ਔਰ ਉਹਦੇ ਤੇ ਆਪਣੀ ਪੂਰੀ ਦੀ ਪੂਰੀ ਜਾਨ ਲਗਾ ਦਿਓ। ਹੰਗਰ ਬਣੋ ਕਿ ਮੈਂ ਸਿੱਖਣਾ, ਇਸ ਚੀਜ਼ ਨੂੰ ਕਵਰ ਕਰਨਾ। GNA ਤੁਹਾਨੂੰ ਇੱਦਾਂ ਦਾ ਇੱਕ ਪਲੇਟਫਾਰਮ, ਇਨਵਾਇਰਨਮੈਂਟ ਪ੍ਰੋਵਾਈਡ ਕਰ ਰਹੀ ਹੈ। ਜੀ। ਆਓ ਤੇ ਆਪਣੇ ਫਿਊਚਰ ਨੂੰ ਹੋਰ ਜ਼ਿਆਦਾ ਸਿਕਿਉਰ ਕਰੋ ਉਸ ਚੀਜ਼ ਲਈ। ਬਹੁਤ ਧੰਨਵਾਦ ਰਜੇਸ਼ ਜੀ। ਥੈਂਕ ਯੂ। ਬਹੁਤ ਹੀ ਅੱਛੇ ਢੰਗ ਦੇ ਨਾਲ ਤੁਸੀਂ ਸਾਰਿਆਂ ਨੂੰ ਦੱਸਿਆ ਹੈ। ਮਨਦੀਪ ਸਿੰਘ ਹੀਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਡਾਕਟਰ ਅਨੁਰਾਗ ਸ਼ਰਮਾ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ। ਮੈਂ ਦਰਸ਼ਕਾਂ ਨੂੰ ਕਹਿਣਾ ਚਾਹੁੰਦਾ ਕਿ ਹਾਲਾਂਕਿ ਇਹਨਾਂ ਦੇ ਕੋਲ ਗੱਲ ਕਰਨ ਦਾ ਵੀ ਟਾਈਮਿੰਗ ਨਹੀਂ ਹੁੰਦਾ, ਕਿਉਂਕਿ ਕਲਾਸਿਸ ਲੈਣੀਆਂ ਹੁੰਦੀਆਂ, ਫਿਰ ਵੀ ਇਹਨਾਂ ਨੇ ਆਪਣਾ ਕੀਮਤੀ ਸਮੇਂ ਦੇ ਵਿੱਚੋਂ ਸਾਡੇ ਚੈਨਲ ਵਾਸਤੇ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ। ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਅਸੀਂ ਪਰਸਨੈਲਿਟੀਜ਼ ਨੂੰ ਸਾਹਮਣੇ ਲੈ ਕੇ ਆਵਾਂਗੇ। ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।